ਤੁਸੀਂ ਅਮਰੀਕਾ ਵਿੱਚ ਇੰਨੀਆਂ ਮੌਤਾਂ ਹੋਈਆਂ ਨੇ, ਬ੍ਰਾਜ਼ੀਲ ਵਿੱਚ ਸਾਡੇ ਨਾਲੋਂ ਬਹੁਤ ਜ਼ਿਆਦਾ ਹੋਈਆਂ ਨੇ। ਤੁਸੀਂ ਉੱਥੇ ਦੀ ਕੋਈ ਖਬਰ ਸੁਣੀ ਕਿ ਉੱਥੇ ਦੇ ਜਿਹੜੇ ਸੰਸਕਾਰ ਘਰ ਨੇ, ਫਿਊਨਰਲ ਹੋਮ ਨੇ ਜਾਂ ਕ੍ਰੇਮੇਟੋਰੀਅਮ ਹੈ ਜਾਂ ਗ੍ਰੇਵ ਯਾਰਡ ਨੇ, ਉੱਥੇ ਇਸ ਤਰ੍ਹਾਂ ਲਾਈਨਾਂ ਲੱਗੀਆਂ ਹੋਣ? ਕੁੱਤਿਆਂ ਵਾਸਤੇ ਇੱਕ ਸ਼ਮਸ਼ਾਨ ਘਰ ਬਣਾਇਆ ਹੋਇਆ ਦਿੱਲੀ ਦੇ ਵਿੱਚ, ਉਸ ਨੂੰ ਬਦਲ ਕੇ ਇਨਸਾਨਾਂ ਵਾਸਤੇ ਜਿਹੜਾ ਉਸ ਵਿੱਚ ਸੰਸਕਾਰ ਕਰਨੇ ਸ਼ੁਰੂ ਕੀਤੇ ਗਏ ਨੇ। ਇਹ ਸਾਰੀਆਂ ਗੱਲਾਂ ਦਾ ਕੌਣ ਜਵਾਬ ਦੇਵੇਗਾ? ਕੌਣ ਜ਼ਿੰਮੇਵਾਰ ਹੈ? ਕਿ ਜਿਨ੍ਹਾਂ ਆਗੂਆਂ ਨੇ ਦੇਸ਼ ਦੇ ਲੋਕਾਂ ਨੂੰ ਸਮਝਾਉਣਾ ਸੀ, ਦੱਸਣਾ ਸੀ, ਅਗਵਾਈ ਕਰਨੀ ਸੀ, ਔਰ ਉਹ ਆਗੂ ਖੁਦ ਰੈਲੀਆਂ ਕਰਨ ਦੇ ਵਿੱਚ ਬਿਜ਼ੀ ਹੋ ਗਏ। ਇਸ ਵੇਲੇ ਡਾਕਟਰਾਂ ਦੀ ਸਭ ਤੋਂ ਜ਼ਿਆਦਾ ਲੋੜ ਹੈ ਤੇ ਉਹ ਅਸਤੀਫੇ ਦੇ ਰਹੇ ਨੇ। ਜੇ ਅਸੀਂ ਉਹਨਾਂ ਦੀ ਗੱਲ ਕਰੀਏ ਤਾਂ ਬਹੁਤੇ ਸਰਕਾਰੀ ਨੌਕਰੀ ਵਾਲੇ ਡਾਕਟਰ ਹੀ ਜਾ ਰਹੇ ਨੇ ਤੇ ਆਪਣੇ ਹਸਪਤਾਲ ਖੋਲ ਰਹੇ ਨੇ। ਜੀ, ਜੇਕਰ ਅਮਰੀਕਾ ਟੀਕੇ ਦਾ ਪੇਟੈਂਟ ਖਤਮ ਕਰ ਦਿੰਦਾ ਤੇ ਫਿਰ ਕੀ ਹੋਊਗਾ? ਡੋਨਾਲਡ ਟਰੰਪ ਦੇ ਮੋਹਰੇ ਵੀ ਇਹ ਰਿਕੁਐਸਟ ਗਈ ਸੀ ਦਸੰਬਰ ਦੇ ਵਿੱਚ ਕਿ ਇਸ ਤਰ੍ਹਾਂ ਟੀਕਿਆਂ ਦੇ ਜਿਹੜੇ ਪੇਟੈਂਟ ਹਨ ਉਹਨਾਂ ਨੂੰ ਖਤਮ ਕਰ ਦਿਓ ਤਾਂ ਕਿ ਦੁਨੀਆ ਦੇ ਵਿੱਚ ਇਸ ਬਿਮਾਰੀ ਦਾ ਇਲਾਜ ਹੋ ਸਕੇ ਤੇ ਲੋਕਾਂ ਦੀਆਂ ਜਾਨਾਂ ਬਚ ਸਕਣ। ਇਹ ਟਰੰਪ ਸਾਹਿਬ ਨੇ ਸਾਈਨ ਕਰਨ ਤੋਂ ਮਨਾ ਕਰ ਦਿੱਤਾ ਸੀ। ਇਸ ਵੇਲੇ ਪਟੀਸ਼ਨਾਂ ਦਾ ਦੌਰ ਹੈ, ਇੱਕ ਤੋਂ ਬਾਅਦ ਇੱਕ, ਦੂਸਰੀ, ਤੀਸਰੀ, ਚੌਥੀ, ਪੰਜਵੀਂ, ਰੋਜ਼ਾਨਾ ਭਾਰਤ ਦੇ ਵਿੱਚ 20 ਪਟੀਸ਼ਨਾਂ ਦੀ ਸੁਣਵਾਈ ਜਿਹੜੀ ਅਦਾਲਤਾਂ ਦੇ ਵਿੱਚ ਇਸ ਮੌਕੇ ਤੇ ਹੋ ਰਹੀ ਹੈ ਤੇ ਅਦਾਲਤਾਂ ਵੱਲੋਂ ਵੀ ਬੜੇ ਜ਼ੋਰਦਾਰ ਤਰੀਕੇ ਨਾਲ ਖਿਚਾਈ ਜਿਹੜੀ ਹੈ ਕੀਤੀ ਜਾ ਰਹੀ ਹੈ। ਕਦੇ ਕਿਸੇ ਅਦਾਕਾਰ ਨੇ ਕਰੋਨਾ ਦੇ ਨਿਯਮ ਤੋੜਦੇ, ਕਦੇ ਕਿਸੇ ਕਲਾਕਾਰ ਨੇ, ਕੀ ਇਹਨਾਂ ਦੀ ਕੋਈ ਜ਼ਿੰਮੇਵਾਰੀ ਨਹੀਂ ਬਣਦੀ? ਉਹ ਭਾਈ ਸ਼ੂਟਿੰਗਾਂ ਬਾਅਦ ਵਿੱਚ ਕਰ ਲਿਆ ਬਿਲਕੁਲ, ਤੇ ਵਿਆਹ ਵੀ ਬਾਅਦ ਵਿੱਚ ਕਰ ਲਿਆ। ਉਹ ਵਿਆਹ ਹੀ ਕਰਨੇ ਨੇ, ਇਕੱਠ ਤਾਂ ਨਾ ਕਰੋ, ਘੱਟੋ ਘੱਟ ਨਿਯਮਾਂ ਦੀ ਪਾਲਣਾ ਤਾਂ ਕਰੋ। ਕਿਉਂ ਸਮਾਜ ਤੋਂ ਉੱਪਰ ਸਮਝਦੇ ਹੋ ਆਪਣੇ ਆਪ ਨੂੰ? ਜੀ, ਕਣਕ ਦੀ ਖਰੀਦ ਦਾ ਕੰਮ ਨੇਪਰੇ ਚੜ ਗਿਆ। ਮੰਡੀਆਂ ਵਿੱਚ ਅੰਬਾਰ ਲੱਗੇ ਹੋਏ ਨੇ ਤੇ ਬਾਰਦਾਨੇ ਦੀ ਕਿੱਲਤ ਨੇ ਧੂਆਂ ਕੱਢ ਦਿੱਤਾ ਹੈ, ਆੜਤੀਆਂ ਦਾ ਵੀ, ਕਿਸਾਨਾਂ ਦਾ ਵੀ। ਜਿਹੜਾ ਨਿਕੰਮਾ ਬਾਰਦਾਨਾ ਹੈ ਉਹਨਾਂ ਦੇ ਵਿੱਚ ਕਣਕ ਭਰੀ ਜਾ ਰਹੀ ਹੈ ਇਸ ਵੇਲੇ। ਉਹ ਜਿਹੜੇ ਚੰਗੇ ਸਮਰੱਥ ਆੜਤੀਏ ਨੇ ਉਹ ਆਪਣੇ ਤੌਰ ਤੇ ਬਾਰਦਾਨਾ ਜਮ੍ਹਾਂ ਕਰਕੇ ਜਾਂ ਕਿਸੇ ਹੋਰ ਪਾਸਿਓਂ ਲੈ ਕੇ ਖੱਜਲ ਖੁਆਰ ਹੋ ਕੇ ਉਸ ਦੇ ਵਿੱਚ ਕਣਕ ਭਰ ਕੇ ਉਹਨੂੰ ਦੁਬਾਰਾ ਢੇਰੀ ਕਰ ਰਹੇ ਨੇ ਤੇ ਜਦੋਂ ਸਰਕਾਰੀ ਬਾਰਦਾਨਾ ਆਵੇਗਾ ਉਸ ਨੂੰ ਦੁਬਾਰਾ ਭਰਨ ਦਾ ਯਤਨ ਉਸ ਵਿੱਚ ਕੀਤਾ ਜਾਵੇਗਾ। ਤੁਸੀਂ ਦੇਖ ਰਹੇ ਹੋ ਪੰਜਾਬੀ ਨੈਸ਼ਨਲ ਟੀਵੀ। ਉਮੀਦ ਤੁਹਾਡੀ, ਕੋਸ਼ਿਸ਼ ਸਾਡੀ। ਇੱਕ ਵਾਰ ਫਿਰ ਤੋਂ ਤੁਹਾਡਾ ਮਨਪਸੰਦ ਪ੍ਰੋਗਰਾਮ ਵਿਚਾਰ ਚਰਚਾ ਲੈ ਕੇ ਹਾਜ਼ਰ ਹੋ ਗਏ ਹਾਂ। ਕਰੋਨਾ ਵਾਇਰਸ ਨੇ ਪੂਰੇ ਵਿਸ਼ਵ ਨੂੰ ਇਸ ਵੇਲੇ ਭਾਜੜਾਂ ਪਾਈਆਂ ਹੋਈਆਂ ਨੇ। ਭਾਰਤ ਨੂੰ ਇਸ ਵਾਇਰਸ ਨੇ ਬੁਰੀ ਤਰ੍ਹਾਂ ਆਪਣੇ ਕਲਾਵੇ ਵਿੱਚ ਲੈ ਲਿਆ ਹੈ। ਇਸ ਵੇਲੇ ਮੌਜੂਦਾ ਹਾਲਾਤ ਕੀ ਕਹਿੰਦੇ ਨੇ ਭਾਰਤ ਦੇ, ਤੇ ਭਾਰਤ ਬਾਰੇ ਹੋਰ ਮੁਲਕ ਕੀ ਕਹਿ ਰਹੇ ਨੇ? ਭਾਰਤ ਦੀ ਕਰੋਨਾ ਰੋਕੂ ਟੀਕੇ ਦੀ ਹਾਲਾਤ ਇਸ ਵੇਲੇ ਕਿੱਦਾਂ ਦੀ ਹੈ? ਅਦਾਲਤਾਂ ਮੁੜ-ਮੁੜ ਕੇ ਸਰਕਾਰਾਂ ਨੂੰ ਝਾੜ ਝੰਬ ਕਿਉਂ ਲਗਾ ਰਹੀਆਂ ਨੇ? ਇਹਨਾਂ ਸਾਰੇ ਸਵਾਲਾਂ ਦੇ ਜਵਾਬ ਜਾਣਾਂਗੇ ਅੱਜ ਆਪਣੇ ਮਾਹਿਰ ਮਹਿਮਾਨ ਕੋਲੋਂ। ਮੇਰੇ ਨਾਲ ਇਸ ਵੇਲੇ ਸਟੂਡੀਓ 'ਚ ਮੌਜੂਦ ਨੇ ਸਾਡੇ ਮਾਹਿਰ ਮਹਿਮਾਨ ਸਰਦਾਰ ਕੁਲਦੀਪ ਸਿੰਘ ਹੀਰ ਜੀ। ਸਤਿ ਸ਼੍ਰੀ ਅਕਾਲ ਕੁਲਦੀਪ ਜੀ, ਸਵਾਗਤ ਕਰਦੇ ਹਾਂ ਜੀ। ਸਤਿ ਸ਼੍ਰੀ ਅਕਾਲ ਸਭਲੀ। ਕੁਲਦੀਪ ਜੀ, ਇਸ ਵੇਲੇ ਹਾਹਾਕਾਰ ਮਚੀ ਹੋਈ ਹੈ ਕਰੋਨਾ ਕਰਕੇ। ਭਾਰਤ ਦੀ ਹਾਲਤ ਬਹੁਤ ਬੁਰੀ ਹੋ ਗਈ ਹੈ ਤੇ ਸਾਡੇ ਦਰਸ਼ਕਾਂ ਨੂੰ ਦੱਸੋ ਕਿ ਇਸ ਵੇਲੇ ਮੌਜੂਦਾ ਅੰਕੜੇ ਕੀ ਕਹਿੰਦੇ ਨੇ ਭਾਰਤ ਦੇ? ਅੰਕੜਿਆਂ ਵੱਲੋਂ ਤੇ ਨਾ ਹੀ ਵੇਖਿਆ ਜਾਵੇ ਤਾਂ ਚੰਗਾ, ਤੇ ਅੰਕੜੇ ਜਿੰਨੇ ਕੁ ਹਨ ਉਹ ਹੀ ਇੰਨੇ ਡਰਾਉਣੇ ਨੇ ਕਿ ਕਈ ਲੋਕ ਤੇ ਇਹ ਕਹਿ ਰਹੇ ਨੇ ਕਿ ਅੰਕੜੇ ਸਹੀ ਨਹੀਂ ਜੀ। ਮੈਂ ਮੋਟੇ-ਮੋਟੇ ਅੰਕੜੇ ਆਪਣੇ ਦਰਸ਼ਕਾਂ ਨਾਲ ਸਾਂਝੇ ਕਰਨ ਦੀ ਕੋਸ਼ਿਸ਼ ਕਰਦਾ, ਜਿਨ੍ਹਾਂ ਵਿੱਚੋਂ ਕੁਝ ਮੈਂ ਪੜ੍ਹ ਕੇ ਸੁਣਾਵਾਂਗਾ। ਭਾਰਤ ਵਿੱਚ ਇਸ ਵੇਲੇ ਤਕਰੀਬਨ 4.25 ਲੱਖ ਦੇ ਕੇਸ ਲਗਭਗ ਜਿਹੜੇ ਨੇ ਪਿਛਲੇ 24 ਘੰਟੇ 'ਚ ਆਏ ਨੇ। ਕੁੱਲ 2 ਕਰੋੜ 14 ਲੱਖ ਲੋਕ ਜਿਹੜੇ ਨੇ ਹੁਣ ਤੱਕ ਜਿਹੜੇ ਨੇ ਇਸ ਤੋਂ ਪ੍ਰਭਾਵਿਤ ਹੋਏ ਨੇ ਜੀ। 36 ਲੱਖ ਜਿਹੜੇ ਨੇ ਐਕਟਿਵ ਕੇਸ ਨੇ, ਭਾਵ ਮਰੀਜ਼ ਇਸ ਵੇਲੇ ਦਾਖਲ ਨੇ ਹਸਪਤਾਲਾਂ ਵਿੱਚ। 1 ਕਰੋੜ 75 ਲੱਖ ਠੀਕ ਹੋ ਗਏ ਨੇ। 3 ਲੱਖ 28 ਹਜ਼ਾਰ ਜਿਹੜੇ ਦੇ ਨਵੇਂ ਕੇਸ ਜਿਹੜੇ ਨੇ ਉਹ ਕੁਝ ਰੋਜ਼-ਰੋਜ਼ ਇਸ ਔਸਤ ਨਾਲ ਪਿਛਲੇ ਦਿਨਾਂ ਤੋਂ ਆ ਰਹੇ ਨੇ ਜੀ। ਤੇ ਕੁੱਲ 2,34,000 ਮੌਤਾਂ ਹੋਈਆਂ ਨੇ ਭਾਰਤ ਵਿੱਚ ਤੇ 4,000 ਮੌਤਾਂ ਜਿਹੜੀਆਂ ਇੱਕ ਦਿਨ ਵਿੱਚ ਜਿਹੜੀਆਂ ਨੇ ਹੁਣ ਪਿਛਲੇ 3-4 ਦਿਨਾਂ ਤੋਂ 4,000 ਦੇ ਆਸ-ਪਾਸ, 3 ਤੋਂ 4 ਦੇ ਵਿੱਚ ਸਰਕਾਰੀ ਅੰਕੜਿਆਂ ਮੁਤਾਬਕ ਹੋ ਰਹੀਆਂ ਨੇ ਜੀ। ਹੁਣ ਦੁਨੀਆ ਦੇ ਦੂਸਰੇ ਦੇਸ਼ਾਂ ਵੱਲ ਥੋੜੀ ਜਿਹੀ ਝਾਤ ਮਾਰਦੇ ਆ ਕਿ ਉੱਥੇ ਕੀ ਹੋ ਰਿਹਾ। ਜੇ ਅਮਰੀਕਾ ਵਿੱਚ ਹੁਣ ਤੱਕ ਦੇਖਿਆ ਜਾਵੇ ਤਾਂ ਕੁੱਲ 6 ਲੱਖ ਮੌਤਾਂ ਦੇ ਕਰੀਬ ਹੋਈਆਂ ਨੇ ਸਰਕਾਰੀ ਅੰਕੜਿਆਂ ਮੁਤਾਬਕ। ਬ੍ਰਾਜ਼ੀਲ ਵਿੱਚ 4 ਲੱਖ। ਪਰ ਮੈਂ ਤੁਹਾਨੂੰ ਇੱਕ ਸਵਾਲ ਪੁੱਛਦਾ ਸਵਲੀਨ ਜੀ, ਤੁਸੀਂ ਅਮਰੀਕਾ ਵਿੱਚ ਇੰਨੀਆਂ ਮੌਤਾਂ ਹੋਈਆਂ ਨੇ, ਬ੍ਰਾਜ਼ੀਲ ਵਿੱਚ ਸਾਡੇ ਨਾਲੋਂ ਬਹੁਤ ਜ਼ਿਆਦਾ ਹੋਈਆਂ ਨੇ। ਤੁਸੀਂ ਉੱਥੇ ਦੀ ਕੋਈ ਖਬਰ ਸੁਣੀ ਕਿ ਉੱਥੇ ਦੇ ਜਿਹੜੇ ਸੰਸਕਾਰ ਘਰ ਨੇ, ਫਿਊਨਰਲ ਹੋਮ ਨੇ ਜਾਂ ਕ੍ਰੇਮੇਟੋਰੀਅਮ ਹੈ ਜਾਂ ਗ੍ਰੇਵ ਯਾਰਡ ਨੇ, ਉੱਥੇ ਇਸ ਤਰ੍ਹਾਂ ਲਾਈਨਾਂ ਲੱਗੀਆਂ ਹੋਣ? ਨਹੀਂ ਜੀ, ਮੈਂ ਨਹੀਂ ਸੁਣੀਆਂ। ਤੇ ਇੱਥੇ ਭਾਰਤ ਇੰਨਾ ਵੱਡਾ ਮੁਲਕ ਹੈ, ਇੰਨਾ ਵੱਡਾ ਸਿਸਟਮ ਹੈ, ਇੱਥੇ ਪੇਂਡੂ ਭਾਈਚਾਰਾ ਵੀ ਹੈ, ਪਿੰਡਾਂ ਦੇ ਵਿੱਚ ਵੀ ਇੰਨੀ ਵਸੋਂ ਵਸਦੀ ਹੈ ਤੇ ਥਾਂ-ਥਾਂ ਸ਼ਮਸ਼ਾਨ ਘਾਟਾਂ ਬਣੀਆਂ ਹੋਈਆਂ ਨੇ
ਤੇ ਇੱਥੇ ਲਾਈਨਾਂ ਕਿਉਂ ਲੱਗੀਆਂ ਹੋਈਆਂ ਨੇ? ਸੋਚਣ ਵਾਲੀ ਗੱਲ। ਸੋਚਣ ਵਾਲੀ ਗੱਲ ਹੈ। ਇਸ ਦਾ ਮਤਲਬ ਇਹ ਹੈ ਕਿ ਅੰਕੜੇ ਦਰੁਸਤ ਨਹੀਂ ਜੀ। ਜਾਂ ਸਰਕਾਰ ਅੰਕੜੇ ਛੁਪਾ ਰਹੀ ਹੈ ਤੇ ਜਾਂ ਸਰਕਾਰ ਦੇ ਕੋਲ ਅੰਕੜੇ ਪਹੁੰਚ ਨਹੀਂ ਰਹੇ। ਬਿਲਕੁਲ। ਪੰਜਾਬ ਵਿੱਚ ਤੇ ਇਸ ਤਰ੍ਹਾਂ ਦੇ ਕੇਸ ਵੀ ਹੋਏ ਨੇ ਜਿੱਥੇ ਜਿਹੜੇ ਪਿੰਡਾਂ ਵਿੱਚ ਰਹਿਣ ਵਾਲੇ ਲੋਕ ਸਨ, ਜ਼ਿਮੀਂਦਾਰ ਭਾਈਚਾਰੇ ਚੋਂ ਸਨ, ਉਹਨਾਂ ਦੇ ਕਿਸੇ ਪਰਿਵਾਰਕ ਮੈਂਬਰ ਦੀ ਮੌਤ ਹੋ ਗਈ ਜੀ। ਤੇ ਉਹਨਾਂ ਦਾ ਜਿਹੜਾ ਸੰਸਕਾਰ ਸੀ ਉਹ ਵੀ ਉਹਨਾਂ ਨੇ ਆਪਣੇ ਖੇਤਾਂ ਦੇ ਵਿੱਚ ਕੀਤਾ। ਤੇ ਕੀ ਉਹਨਾਂ ਦੇ ਅੰਕੜਿਆਂ ਦੀ ਗਿਣਤੀ ਹੋਈ ਹੈ ਸਾਰੀ? ਕੀ ਕੋਵਿਡ ਦੇ ਪੇਸ਼ੈਂਟ ਦੇ ਵਿੱਚ ਹੋਈ ਹੈ? ਕਿ ਉਹਨਾਂ ਮੌਤਾਂ ਨੂੰ ਸਹੀ ਦੁਨੀਆ ਦੇ ਵਿੱਚ ਸਹੀ ਜਗ੍ਹਾ ਤੇ ਦਿਖਾਇਆ ਜਾ ਰਿਹਾ, ਪ੍ਰਚਾਰਿਆ ਜਾ ਰਿਹਾ? ਇਹ ਸਾਰੀਆਂ ਗੱਲਾਂ ਤੇ ਉਂਗਲੀ ਉੱਠਦੀ ਹੈ। ਬਿਲਕੁਲ। ਹੁਣ ਇਸ ਦੇ ਨਾਲ 10 ਲੱਖ ਦੀ ਆਬਾਦੀ ਪਿੱਛੇ ਹਰ ਦੇਸ਼ ਵਿੱਚ ਕਿੰਨੀਆਂ ਮੌਤਾਂ ਹੋ ਰਹੀਆਂ ਨੇ ਉਹ ਵੀ ਮੈਂ ਤੁਹਾਡੇ ਨਾਲ ਅੰਕੜੇ ਸਾਂਝੇ ਕਰਦਾ। ਜ਼ਰੂਰ। ਅਮਰੀਕਾ ਵਿੱਚ 10 ਲੱਖ ਦੀ ਆਬਾਦੀ ਪਿੱਛੇ 1700 ਮੌਤਾਂ ਹੋ ਚੁੱਕੀਆਂ ਨੇ ਜੀ। ਯੂਕੇ ਦੇ ਵਿੱਚ 1850, ਬ੍ਰਾਜ਼ੀਲ ਦੇ ਵਿੱਚ 1950 ਦੇ ਕਰੀਬ, ਇਸੇ ਤਰ੍ਹਾਂ ਫਰਾਂਸ ਦੇ ਵਿੱਚ ਵੀ 1950 ਦੇ ਕਰੀਬ, ਜੀ। ਤੇ ਇਟਲੀ ਵਿੱਚ 10 ਲੱਖ ਦੀ ਆਬਾਦੀ ਪਿੱਛੇ 2000 ਤੋਂ ਵੱਧ ਮੌਤਾਂ ਹੋ ਚੁੱਕੀਆਂ ਨੇ। ਹੁਣ ਕਈ ਮੁਲਕ ਇਹੋ ਜਿਹੇ ਨੇ ਜਿੱਥੇ 3000 ਦੇ ਲਾਗੇ ਵੀ ਮੌਤਾਂ ਹਨ 10 ਲੱਖ ਦੇ ਵਿੱਚ, ਛੋਟੇ ਮੁਲਕ ਨੇ। ਮੈਂ ਵੱਡੇ ਮੁਲਕਾਂ ਦੀ ਗੱਲ ਕੀਤੀ ਹੈ। ਤੇ ਭਾਰਤ ਵਿੱਚ ਤੁਸੀਂ ਅੰਦਾਜ਼ਾ ਲਾਓ ਕਿੰਨੀਆਂ ਹੋਣਗੀਆਂ ਮੌਤਾਂ 10 ਲੱਖ ਦੇ ਪਿੱਛੇ? ਸਿਰਫ 168। ਇਹ ਸੱਚਾਈ ਜਾਪਦੀ ਹੈ ਤੁਹਾਨੂੰ? ਇਹ ਉਸ ਤੋਂ ਵੱਡਾ ਸਵਾਲ ਹੋ ਗਿਆ। ਉਸ ਤੋਂ ਵੱਡਾ ਸਵਾਲ ਹੈ। ਅਸੀਂ ਉਂਗਲੀ ਨਹੀਂ ਉਠਾ ਰਹੇ। ਮੈਨੂੰ ਕੁਝ ਦਿਨ ਪਹਿਲਾਂ ਇੱਕ ਘੁੰਮਦਾ ਫਿਰਦਾ ਹੋਇਆ ਮੈਸੇਜ ਆਇਆ ਕਿ ਨੈਗੇਟਿਵਿਟੀ ਜਿਹੜੀ ਆ ਬਹੁਤ ਜ਼ਿਆਦਾ ਦਿਖਾਈ ਤੇ ਪ੍ਰਚਾਰੀ ਜਾ ਰਹੀ ਹੈ। ਜੀ। ਤੁਸੀਂ ਲੋਕਾਂ ਨੂੰ ਇਹ ਦੱਸੋ ਕਿ ਇਹਨਾਂ ਦਿਨਾਂ ਵਿੱਚ ਕੀ ਕਰਨਾ ਚਾਹੀਦਾ ਹੈ, ਕਿਸ ਤਰ੍ਹਾਂ ਵਿਚਰਨਾ ਚਾਹੀਦਾ ਹੈ, ਔਰ ਕੀ ਖਾਣਾ ਚਾਹੀਦਾ, ਕੀ ਨਹੀਂ ਖਾਣਾ ਚਾਹੀਦਾ, ਕਿਸ ਤਰ੍ਹਾਂ ਪਰਹੇਜ਼ ਰੱਖਿਆ ਜਾਵੇ, ਸਮਾਜਿਕ ਦੂਰੀ ਬਣਾ ਕੇ ਰੱਖੀ ਜਾਵੇ। ਇਹ ਸਾਰੀਆਂ ਗੱਲਾਂ ਤੇ ਇਹ ਦੱਸੋ ਕਿ ਕਿੱਥੇ ਕੋਵਿਡ ਸੈਂਟਰ ਨੇ, ਕਿੱਥੋਂ ਆਕਸੀਜਨ ਹੈ, ਕਿੱਥੇ ਫਲਾਨੀ ਚੀਜ਼ ਹੈ। ਸਾਰੀਆਂ ਗੱਲਾਂ ਇਸ ਤਰ੍ਹਾਂ ਉਸ ਸੰਦੇਸ਼ ਦੇ ਵਿੱਚ ਪੋਜ਼ਿਟਿਵ ਲਿਖੀਆਂ ਹੋਈਆਂ ਸਨ ਕਿ ਲੋਕਾਂ ਨੂੰ ਆ ਗੱਲਾਂ ਦੱਸੋ। ਜੀ। ਠੀਕ ਹੈ, ਉਹ ਦੱਸਣੀ ਹੈ। ਤੇ ਸਰਕਾਰਾਂ ਕਿਸ ਕੰਮ ਲਈ ਹੁੰਦੀਆਂ ਨੇ? ਸਰਕਾਰਾਂ ਦੱਸਣ ਤੇ ਸਹੀ ਸਾਨੂੰ ਕਿਹੜੀ ਚੀਜ਼ ਕਿੱਥੋਂ ਮਿਲਦੀ ਹੈ, ਫਿਰ ਅਸੀਂ ਗਾਂ ਉਹੀ ਜਾਣਕਾਰੀ ਲੋਕਾਂ ਤੱਕ ਪਹੁੰਚਾਉਣ ਦਾ ਯਤਨ ਕਰਾਂਗੇ। ਬਿਲਕੁਲ। ਜੇ ਸਾਡੇ ਮੂਹਰੇ ਆંકੜੇ ਨਹੀਂ ਸਹੀ ਆ ਰਹੇ ਤੇ ਥਾਂ ਸੈਟੇਲਾਈਟਾਂ ਦੇ ਵਿੱਚੋਂ ਸਾਨੂੰ ਬਲਦੇ ਹੋਏ ਸਿਵੇ ਤੇ ਵਿੱਚੋਂ ਨਿਕਲਦੀਆਂ ਲਾਪਟਾਂ ਦਿਸ ਰਹੀਆਂ ਨੇ ਤੇ ਚਿਮਨੀਆਂ ਪਿਘਲ ਗਈਆਂ ਨੇ ਤੇ ਲਾਈਨਾਂ ਲੱਗੀਆਂ ਹੋਈਆਂ ਨੇ ਤੇ ਥਾਂ ਟਾਈਮ ਮੈਗਜ਼ੀਨ ਨੇ ਵੀ ਕਵਰ ਕੀਤਾ ਹੈ ਕਿ ਥਾਂ ਕਿਵੇਂ ਸੰਸਕਾਰ ਕੀਤੇ ਜਾ ਰਹੇ ਨੇ। ਕੁੱਤਿਆਂ ਵਾਸਤੇ ਇੱਕ ਸ਼ਮਸ਼ਾਨ ਘਰ ਬਣਾਇਆ ਹੋਇਆ ਦਿੱਲੀ ਦੇ ਵਿੱਚ, ਉਸ ਨੂੰ ਬਦਲ ਕੇ ਇਨਸਾਨਾਂ ਵਾਸਤੇ ਜਿਹੜਾ ਉਸ ਵਿੱਚ ਸੰਸਕਾਰ ਕਰਨੇ ਸ਼ੁਰੂ ਕੀਤੇ ਗਏ ਨੇ। ਇਹ ਸਾਰੀਆਂ ਗੱਲਾਂ ਦਾ ਕੌਣ ਜਵਾਬ ਦੇਵੇਗਾ? ਕੌਣ ਜ਼ਿੰਮੇਵਾਰ ਹੈ? ਹੁਣ ਤੁਸੀਂ ਦੇਖੋ ਕਿ ਇਹ ਜਿਹੜੇ ਅੰਕੜੇ ਨੇ ਜਿਹੜੇ ਮੈਂ ਤੁਹਾਡੇ ਨਾਲ ਸਾਂਝੇ ਕੀਤੇ ਨੇ, ਇਸ ਦੇ ਵਿੱਚ ਲੰਡਨ ਦਾ ਇੱਕ ਰਸਾਲਾ ਹੈ ਨੇਚਰ। ਉਸਨੇ ਭਾਰਤ ਤੇ ਬ੍ਰਾਜ਼ੀਲ ਦੇ ਆਗੂਆਂ ਨੂੰ ਉਹਨੇ ਖਿੱਚਿਆ, ਠੋਕਿਆ। ਉਹਨਾਂ ਨੇ ਇਹ ਗੱਲ ਕੀਤੀ ਹੈ ਕਿ ਇਹਨਾਂ ਦੋਵਾਂ ਦੇਸ਼ਾਂ ਦੇ ਆਗੂਆਂ ਦੀ ਨਾਅਹਿਲੀ ਨੇ ਤੇ ਮਾੜੇ ਸਿਸਟਮ ਨੇ ਦੇਸ਼ ਨੂੰ ਇੰਨੀ ਭਿਆਨਕ ਬਿਮਾਰੀ ਦੇ ਵਿੱਚ ਗਲਤਾਨ ਕਰ ਦਿੱਤਾ ਹੈ। ਹੁਣ ਜੇ ਅਸੀਂ ਅਮਰੀਕਾ ਦੀ ਗੱਲ ਕਰੀਏ ਤੇ ਅਮਰੀਕਾ ਦਾ ਸਿਸਟਮ ਹੋਰ ਹੈ। ਉੱਥੇ ਮੌਤਾਂ ਹੋ ਗਈਆਂ ਨੇ ਤੇ ਅੰਕੜੇ ਸਹੀ ਵੀ ਨੇ। ਬਿਲਕੁਲ। ਹੋ ਸਕਦਾ ਵੱਧ ਉੱਥੇ ਵੀ ਹੋਣ ਤੇ ਜੇ ਉੱਥੇ ਗਲਤ ਨੇ ਤਾਂ ਸਾਡੇ ਤਾਂ ਫਿਰ ਯਕੀਨ ਕਿਸੇ ਨੇ ਵੀ ਨਹੀਂ ਕਰਨਾ। ਬਿਲਕੁਲ। ਹੁਣ ਜਿਹਨਾਂ ਮੁਲਕਾਂ ਨੇ ਭਾਰਤ ਤੋਂ ਫਲਾਈਟਾਂ ਤੇ ਉਡਾਨਾਂ ਤੇ ਪਾਬੰਦੀ ਲਾਈ ਸੀ, ਕੈਨੇਡਾ ਨੇ ਵੀ ਲਾਈ ਪਾਬੰਦੀ, ਤੇ ਉਹਨਾਂ ਨੇ ਇਹ ਗੱਲ ਆਖੀ ਕਿ ਜੋ ਭਾਰਤ ਵਿੱਚੋਂ ਹੋ ਕੇ ਜਿਹੜੀ ਨੈਗੇਟਿਵ ਰਿਪੋਰਟਾਂ ਲੋਕ ਲੈ ਕੇ ਆ ਰਹੇ ਨੇ ਉਹਨਾਂ ਦੇ ਬਾਰੇ ਸਾਨੂੰ ਕੁਝ ਸ਼ੰਕੇ ਨੇ ਵੀ ਅਸੀਂ ਲੋਕਾਂ ਦੇ ਹੱਥ ਵਿੱਚ ਨੈਗੇਟਿਵ ਰਿਪੋਰਟ ਹੁੰਦੀ ਹੈ ਤੇ ਜਦੋਂ ਜਹਾਜ਼ ਵਿੱਚੋਂ ਵੜ ਕੇ ਉਹ ਬਾਹਰ ਨਿਕਲਦੇ ਨੇ ਤੇ ਪੋਜ਼ਿਟਿਵ ਹੁੰਦੇ ਨੇ। ਬਿਲਕੁਲ। ਉਹਨਾਂ ਨੇ ਹੋਰ ਕੋਈ ਗੱਲ ਨਹੀਂ ਆਖੀ, ਪਰ ਇਸ ਗੱਲ ਤੇ ਸ਼ੰਕਾ ਜ਼ਾਹਰ ਕੀਤੀ ਕਿ ਝੂਠੀਆਂ ਰਿਪੋਰਟਾਂ ਜਿਹੜੀਆਂ ਨੇ, ਉਹਨਾਂ ਨੇ ਆਖਿਆ ਨਹੀਂ ਝੂਠੀਆਂ ਰਿਪੋਰਟਾਂ, ਪਰ ਉਂਗਲੀ ਤੇ ਇਸੇ ਵੱਲ ਸੀ। ਬਿਲਕੁਲ। ਸਿਹਤ ਤੰਤਰ ਤੇ ਇਨਡਾਇਰੈਕਟਲੀ ਉਂਗਲੀ ਚੁੱਕੀ ਹੈ। ਹੁਣ ਉਹ ਲੰਡਨ ਦਾ ਜਿਹੜਾ ਰਸਾਲਾ ਹੈ ਨੇਚਰ, ਉਹ ਲਿਖਦਾ ਹੈ ਕਿ ਇਹਨਾਂ ਦੋਵਾਂ ਮੁਲਕਾਂ ਦੇ ਆਗੂਆਂ ਨੇ ਤੇ ਇੱਥੇ ਦੇ ਅਧਿਕਾਰੀਆਂ ਨੇ ਜਿਹੜੇ ਆਉਣ ਵਾਲੇ ਖਤਰਿਆਂ ਨੂੰ ਨਾ ਭਾਂਪਦੇ ਹੋਏ ਲੋਕਾਂ ਨੂੰ ਜਿਹੜਾ ਸੀ ਉਹ ਜਾਗਰਿਤ ਨਹੀਂ ਕੀਤਾ ਤੇ ਨਾ ਸਿਸਟਮ ਤਿਆਰ ਕੀਤਾ। ਬ੍ਰਾਜ਼ੀਲ ਵਾਲੇ ਪ੍ਰਧਾਨ ਮੰਤਰੀ ਦੇ ਬਾਰੇ ਤਾਂ ਉਹ ਆਖਦੇ ਨੇ ਕਿ ਇੱਥੇ ਦੇ ਆਗੂ ਨੇ ਇਹ ਕਹਿ ਦਿੱਤਾ ਕਿ ਇਹ ਤੇ ਮਾੜਾ ਮੋਟਾ ਬੁਖਾਰ ਹੈ। ਕਿਹੜੀ ਗੱਲ ਹੈ? ਇਹ 'ਚ ਕੀ ਹੁੰਦਾ? ਤੇ ਸਮਾਜਿਕ ਦੂਰੀ ਵੀ ਬਣਾਉਣ ਦੀ ਲੋੜ ਨਹੀਂ, ਮਾਸਕ ਵੀ ਲਾਉਣਾ ਲਾ ਲਓ, ਨਹੀਂ ਲਾਉਣਾ ਨਾ ਲਾਓ, ਤੁਹਾਡੀ ਆਪਣੀ ਮਰਜ਼ੀ ਹੈ। ਇਸ ਤਰ੍ਹਾਂ ਦੀਆਂ ਗੱਲਾਂ ਉਹਨਾਂ ਨੇ ਕੀਤੀਆਂ। ਇਹ ਤੇ ਟਰੰਪ ਨੇ ਵੀ ਕੀਤੀਆਂ ਸੀ। ਬਿਲਕੁਲ। ਪਰ ਟਰੰਪ ਤੇ ਚੋਣ ਹਾਰ ਚੁੱਕੇ ਨੇ ਤੇ ਉੱਥੇ ਉਹਨਾਂ ਨੇ ਇੰਨੀ ਮਾਤਰਾ ਵਿੱਚ ਕਹਿੰਦੇ ਟੀਕੇ ਜਮ੍ਹਾਂ ਕਰ ਲਏ ਨੇ ਕਿ ਉਹਨਾਂ ਕੋਲ ਬਹੁਤ ਟੀਕੇ ਨੇ ਅਮਰੀਕਾ ਕੋਲ। ਉਹਨਾਂ ਦੀ ਗੱਲ ਆਪਾਂ ਨਾ ਕਰੀਏ। ਫਿਰ ਬ੍ਰਾਜ਼ੀਲ ਤੇ ਭਾਰਤ ਦੀ ਗੱਲ ਉਹਨਾਂ ਨੇ ਕੀਤੀ ਕਿ ਜਿਨ੍ਹਾਂ ਆਗੂਆਂ ਨੇ ਦੇਸ਼ ਦੇ ਲੋਕਾਂ ਨੂੰ ਸਮਝਾਉਣਾ ਸੀ, ਦੱਸਣਾ ਸੀ, ਅਗਵਾਈ ਕਰਨੀ ਸੀ, ਉਹ ਆਗੂ ਖੁਦ ਰੈਲੀਆਂ ਕਰਨ ਦੇ ਵਿੱਚ ਬਿਜ਼ੀ ਹੋ ਗਏ। ਉਹਨਾਂ ਨੇ ਰੈਲੀਆਂ ਕੀਤੀਆਂ ਤੇ ਇਸ ਤਰ੍ਹਾਂ ਲੱਗਿਆ ਕਿ ਰੋਕਣ ਦੀ ਬਜਾਏ ਇਸ ਸਾਰੇ ਸਿਸਟਮ ਦੇ ਵਿੱਚ ਉਹ ਸ਼ਾਮਲ ਹੋ ਗਏ। ਹੁਣ ਉਹਨਾਂ ਨੇ ਪੰਚਾਇਤੀ ਚੋਣਾਂ ਦਾ ਜਿਹੜੀਆਂ ਇਸ ਵੇਲੇ ਯੂਪੀ ਚੱਲ ਰਹੀਆਂ ਉਹਨਾਂ ਦਾ ਵੀ ਹਵਾਲਾ ਦਿੱਤਾ ਹੈ, ਕੁੰਭ ਮੇਲੇ ਦਾ ਵੀ ਹਵਾਲਾ ਦਿੱਤਾ ਹੈ
ਤੇ ਬੰਗਾਲ ਤੇ ਜਿਹੜੀਆਂ ਹੋਰ 3-4 ਸੂਬਿਆਂ ਦੇ ਵਿੱਚ ਚੋਣਾਂ ਹੋਈਆਂ ਨੇ ਉਹਨਾਂ ਸਾਰਿਆਂ ਦਾ ਹਵਾਲਾ ਦਿੱਤਾ ਜੀ ਸਾਰੀਆਂ ਗੱਲਾਂ ਉਹਨਾਂ ਨੇ ਲਿਖੀਆਂ ਨੇ ਸੋ ਅਸੀਂ ਉਹ ਪੜ੍ਹਨੀਆਂ ਨੇ ਤੇ ਉਹਨਾਂ ਨੂੰ ਵਿਚਾਰਨਾ ਤੇ ਨਾਲ ਦੀ ਨਾਲ ਇੱਕ ਗੱਲ ਹੋਰ ਕਰਦੇ ਨੇ ਉਹ ਕਹਿੰਦੇ ਨੇ ਕਿ ਜਦੋਂ ਇੱਕ ਭਾਰਤ ਵਿੱਚ ਸਮਾਂ ਆ ਗਿਆ ਸੀ ਕਿ ਲੱਗਦਾ ਸੀ ਕਿ ਕਰੋਨਾ ਨੂੰ ਮਾਤ ਪਾ ਲਈ ਹੈ ਇਸ ਮੁਲਕ ਨੇ ਜੀ ਤੇ ਇਸ ਮੁਲਕ ਦੇ ਲੋਕ ਜਿਹੜੇ ਸੀ ਉਹ ਲਾਪਰਵਾਹ ਹੋ ਗਏ ਤੇ ਉਹਨਾਂ ਨੇ ਜਿਹੜਾ ਸੀ ਇਸ ਤਰ੍ਹਾਂ ਦਾ ਸਿਸਟਮ ਬਣਾ ਲਿਆ ਕਿ ਇਸ ਤਰ੍ਹਾਂ ਵਿਚਰਨ ਲੱਪੇ ਜਿਵੇਂ ਕੁਝ ਹੋਇਆ ਹੀ ਨਹੀਂ ਹੁੰਦਾ ਜਦ ਕਿ ਤੈਅ ਸੀ ਇਸ ਗੱਲ ਦਾ ਕਿ ਦੂਸਰੀ ਲਹਿਰ ਆਉਣੀ ਸੀ ਤੇ ਦੂਸਰੀ ਲਹਿਰ ਵਾਸਤੇ ਜਿਹੜਾ ਸੀ ਉਹ ਦੇਸ਼ ਨੂੰ ਤਿਆਰ ਨਹੀਂ ਕੀਤਾ ਗਿਆ ਹੁਣ ਜਿਹੜੀ ਗੱਲ ਇੱਕ ਉਹਨਾਂ ਨੇ ਹੋਰ ਲਿਖੀ ਆ ਉਹ ਲਿਖਦੇ ਨੇ ਕਿ ਭਾਰਤ ਦੇ ਵਿੱਚ ਜਿਹੜੀ ਅੰਕੜਾ ਖੇਡ ਹੈ ਇਸ ਨੇ ਵੀ ਕੰਮ ਵਿਗਾੜਿਆ ਸਹੀ ਅੰਕੜੇ ਜਿਹੜੇ ਸੀ ਨਾ ਹੋਣ ਕਰਕੇ ਤੇ ਜਿਹੜੇ ਵਿਗਿਆਨੀ ਹਨ ਦੇਸ਼ ਦੇ ਜਾਂ ਜਿਹੜੇ ਸਲਾਹਕਾਰ ਨੇ ਸਰਕਾਰ ਦੇ ਜਿਹੜੇ ਅਫਸਰ ਨੇ ਜਿਹੜੇ ਆਗੂ ਨੇ ਜਿਨ੍ਹਾਂ ਨੇ ਨੀਤੀਆਂ ਬਣਾਉਣੀਆਂ ਹੁੰਦੀਆਂ ਨੇ ਅਸਲ ਵਿੱਚ ਕਿ ਕਿਸੇ ਸਮੱਸਿਆ ਨਾਲ ਨਜਿੱਠਣ ਲਈ ਅਸੀਂ ਕੀ ਕਰਨਾ ਹੈ ਉਹਨਾਂ ਤੱਕ ਅੰਕੜੇ ਸਹੀ ਨਹੀਂ ਪਹੁੰਚਦੇ ਜਾਂ ਉਹਨਾਂ ਦੀ ਅੰਕੜਿਆਂ ਤੱਕ ਪਹੁੰਚ ਨਹੀਂ ਹੈ ਸਹੀ ਅੰਕੜਿਆਂ ਤੱਕ ਹੁਣ ਉਹਨਾਂ ਨੇ ਵੀ ਸਿੱਧੀ ਗੱਲ ਨਹੀਂ ਕੀਤੀ ਉਹਨਾਂ ਨੇ ਘੁਮਾ ਕੇ ਇਸ਼ਾਰਾ ਤਾਂ ਤੰਤਰ ਤੇ ਕੀਤਾ ਇਹ ਗੱਲ ਆਖੀ ਗਈ ਹੈ ਕਿ ਤੁਸੀਂ ਭਾਈ ਜਿਹੜੇ ਅੰਕੜੇ ਆਪਣੇ ਵਿਗਿਆਨੀਆਂ ਨੂੰ ਚਾਹੇ ਉਹ ਅਰਥ ਸ਼ਾਸਤਰੀ ਹੋਣ ਚਾਹੇ ਕੋਈ ਸਮਾਜਿਕ ਵਿਗਿਆਨੀ ਹੋਣ ਚਾਹੇ ਕੋਈ ਜਿਹੜੇ ਭੌਤਿਕ ਵਿਗਿਆਨੀ ਹੋਣ ਬਾਇਓਲੋਜੀ ਦੇ ਹੋਣ ਜਿਨ੍ਹਾਂ ਨੇ ਖੋਜਾਂ ਕਰਨੀਆਂ ਨੇ ਜਿਨ੍ਹਾਂ ਨੇ ਲੋਕਾਂ ਨੂੰ ਆਗਰਾ ਕਰਨਾ ਕਿ ਬਿਮਾਰੀਆਂ ਤੋਂ ਕਿਵੇਂ ਬਚਣਾ ਹੈ ਤੇ ਸਾਡੀਆਂ ਕੀ ਤਿਆਰੀਆਂ ਹੋਣੀਆਂ ਚਾਹੀਦੀਆਂ ਨੇ ਤੁਸੀਂ ਉਹਨਾਂ ਨੂੰ ਅੰਕੜੇ ਸਹੀ ਨਹੀਂ ਦੇ ਰਹੇ ਤੇ ਉਹ ਵਿਚਾਰੇ ਕੀ ਕਰਨਗੇ ਉਹ ਕਹਿੰਦੇ ਨੇ ਕਿ ਤਾਲਮੇਲ ਨਹੀਂ ਬੈਠਿਆ ਸੋ ਇਹ ਗੱਲਾਂ ਬਹੁਤ ਡੂੰਘੀਆਂ ਵਿਚਾਰਨ ਵਾਲੀਆਂ ਨੇ ਉਹਨਾਂ ਨੇ ਬਹੁਤ ਵੱਡੀ ਜਿਹੜੀ ਇਲਜ਼ਾਮ ਹੈ ਉਹ ਲਾਇਆ ਹੈ ਪਰ ਕੁਝ ਦਿਲ ਕਮਾਊ ਘਟਨਾਵਾਂ ਵੀ ਜਿਹੜੀਆਂ ਨੇ ਉਹ ਸਾਹਮਣੇ ਆ ਰਹੀਆਂ ਨੇ ਇਹ ਉੱਤਰ ਪ੍ਰਦੇਸ਼ ਦੇ ਚਕਰੌਤਾ ਪਿੰਡ ਦੇ ਵਿੱਚ ਤਕਰੀਬਨ ਇੱਕ ਪਰਿਵਾਰ ਦੇ 22 ਦਿਨਾਂ ਦੇ ਵਿੱਚ 8 ਜੀਆਂ ਦੀ ਮੌਤ ਹੋ ਗਈ ਹੈ ਉਹ ਸਾਰੇ ਦੇ ਸਾਰੇ ਜਿਹੜੇ ਲੋਕਲ ਡਾਕਟਰਾਂ ਦੇ ਦੱਸਣ ਮੁਤਾਬਕ ਤੇ ਲੋਕਲ ਲੋਕਾਂ ਦੇ ਦੱਸਣ ਦੇ ਮੁਤਾਬਕ ਇੱਕ ਬਜ਼ੁਰਗ ਹੈ ਉਸਦੀ ਘਰਵਾਲੀ ਹੈ ਉਸਦਾ ਬੇਟਾ ਹੈ ਨੂੰਹ ਹੈ ਬੱਚੇ ਪੋਤੇ ਨੇ ਉਹ ਸਾਰੇ ਮਾਰੇ ਗਏ ਨੇ ਤੇ ਉਹਨਾਂ ਬਾਰੇ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਭਾਵੇਂ ਉਹ ਮਾਰੇ ਗਏ ਆ ਉਹਨਾਂ 'ਚ ਲੱਛਣ ਵੀ ਇਹੋ ਹੀ ਕੋਵਿਡ ਵਾਲੇ ਹੀ ਸਨ ਪਰ ਉਹ ਅਖੀਰ ਤੱਕ ਉਹਨਾਂ ਦੀ ਰਿਪੋਰਟ ਨੈਗੇਟਿਵ ਹੀ ਆਉਂਦੀ ਰਹੀ ਇਸ ਗੱਲ ਦਾ ਹੁਣ ਪਤਾ ਨਹੀਂ ਹੈ ਕਿ ਕਿਹੜਾ ਟੈਸਟ ਉਹਨਾਂ ਦਾ ਕੀਤਾ ਗਿਆ ਤੇ ਕਿਵੇਂ ਕੀਤਾ ਗਿਆ ਤੇ ਮੁਲਕ ਦੇ ਹਾਲਾਤ ਇਹੋ ਜਿਹੇ ਨੇ ਕਿ ਟੈਸਟ ਕਿੱਟਾਂ ਰੁਲਦੀਆਂ ਫਿਰਦੀਆਂ ਨੇ ਇਹ ਅਸੀਂ ਦਰਸ਼ਕਾਂ ਨੂੰ ਆਪਣੇ ਨੂੰ ਪਹਿਲਾਂ ਵੀ ਦੱਸਦੇ ਰਹੇ ਕਿ ਇਸ ਗੱਲ ਤੇ ਥੋੜਾ ਯਕੀਨ ਬਣਾਉਣ ਦੀ ਲੋੜ ਹੈ ਟੈਸਟ ਇਸ ਤੇ ਕਈ ਕਿਸਮਾਂ ਦੇ ਨੇ ਬਹੁਤ ਕਿਸਮਾਂ ਦੇ ਟੈਸਟ ਨੇ ਉਹਨਾਂ ਕਿਸਮਾਂ ਦੇ ਵਿੱਚੋਂ ਤੁਸੀਂ ਜਿਹੜਾ ਹੈ ਜੇ ਤੁਹਾਡਾ ਇੱਕ ਤੇ ਯਕੀਨ ਨਹੀਂ ਵੱਜਦਾ ਦੂਸਰੇ ਵਾਸਤੇ ਜਾ ਸਕਦੇ ਹੋ ਜ਼ਿਆਦਾ ਡਿਟੇਲ ਟੈਸਟ ਹੁੰਦਾ ਹੈ ਫਿਰ ਹੋਰ ਡਿਟੇਲ ਟੈਸਟ ਹੁੰਦਾ ਹੈ ਐਂਡ ਰੈਪਿਡ ਐਂਟੀਜਨ ਤੇ ਬੜਾ ਸੌਖਾ ਜਿਹਾ ਜਿਹੜਾ ਚੌਂਕਾਂ ਨਾਕਿਆਂ ਦੇ ਵਿੱਚ ਵੀ ਹੁਣ ਕੀਤਾ ਜਾ ਰਿਹਾ ਪੰਜਾਬ ਦੇ ਵਿੱਚ ਵੀ ਹੋ ਰਹੇ ਨੇ ਪੌਸ਼ਟਿਕ ਨਾਲ ਗੱਲ ਕਰੀਏ ਜਿਹੜੇ ਚੰਗੇ ਟੈਸਟ ਨੇ ਨੈਟ ਹੈ ਆਰਟੀ ਹੈ ਇਹ ਸਾਰੇ ਤੁਸੀਂ ਚੈੱਕ ਕਰਵਾ ਸਕਦੇ ਹੋ ਸੀਟੀ ਸਕੈਨ ਫਿਰ ਅਖੀਲਾ ਹੋਰ ਬਹੁਤ ਸਾਰੇ ਟੈਸਟ ਨੇ ਜੋ ਮੈਡੀਕਲ ਲਾਈਨ ਵਾਲੇ ਲੋਕ ਨੇ ਸਾਰੇ ਜਾਣਦੇ ਨੇ ਉਹ ਸਾਰੇ ਕਰਵਾਓ ਜੇ ਤੁਹਾਨੂੰ ਸ਼ੱਕ ਹੈ ਹੁਣ ਪੰਜਾਬ ਦੇ ਵਿੱਚ ਵੀ ਇਹੋ ਜਿਹੀਆਂ ਸਥਿਤੀਆਂ ਉਤਪੰਨ ਹੋਈਆਂ ਜਦੋਂ ਲੋਕ ਜਿਹੜੇ ਸੀ ਲਾਪਰਵਾਹ ਹੋ ਗਏ ਪਰ ਇਹ ਮੈਂ ਸਮਝਦਾ ਸਵਲੀਨ ਜੀ ਕਿ ਸਾਡੀ ਇੱਕ ਸਾਨੂੰ ਸਿੱਖਿਆ ਨਹੀਂ ਦਿੱਤੀ ਗਈ ਇਸ ਮਾਮਲੇ ਪ੍ਰਤੀ ਇਹ ਗੱਲ ਜਿਹੜੀ ਹੈ ਮਾੜੀ ਹੋਈ ਹੈ ਤੇ ਜੇ ਅਸੀਂ ਇਸ ਪ੍ਰਤੀ ਜਾਗਰਤ ਹੁੰਦੇ ਤਾਂ ਅੱਜ ਇਹ ਨੌਬਤ ਨਾ ਆਉਂਦੀ ਇਸ ਵੇਲੇ ਤੁਸੀਂ ਸਵਾਲ ਜਿਹੜਾ ਕੀਤਾ ਸੀ ਭਾਰਤ ਦੀ ਹਾਲਤ ਬਹੁਤ ਪਤਲੀ ਹੈ ਕੋਰੋਨਾ ਨਾਲ ਸੰਬੰਧਿਤ ਜਾਣਕਾਰੀ ਇਸੇ ਤਰ੍ਹਾਂ ਜਾਰੀ ਰੱਖਾਂਗੇ ਪਰ ਹੁਣ ਵੇਲਾ ਹੋ ਗਿਆ ਇੱਕ ਛੋਟੀ ਜਿਹੀ ਬ੍ਰੇਕ ਦਾ ਜਲਦ ਹਾਜ਼ਰ ਹੁੰਨੇ ਆ ਬ੍ਰੇਕ ਤੋਂ ਬਾਅਦ ਪ੍ਰੋਗਰਾਮ ਵਿਚਾਰ ਚਰਚਾ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਕੁਲਦੀਪ ਜੀ ਅਸੀਂ ਵਿਸ਼ਵ ਦੀ ਗੱਲ ਕਰ ਲਈ ਭਾਰਤ ਦੀ ਗੱਲ ਕਰ ਲਈ ਤੇ ਇਸ ਵੇਲੇ ਪੰਜਾਬ 'ਚ ਬੈਠੇ ਆ ਤੇ ਪੰਜਾਬ ਦੇ ਕੀ ਹਾਲਾਤ ਨੇ ਮਾੜੇ ਹੋਏ ਨੇ ਚੰਗੇ ਨੇ ਜਾਂ ਪਹਿਲਾਂ ਵਰਗੇ ਨੇ ਪੰਜਾਬ ਦੇ ਹਾਲਾਤ ਜੇ ਸਵਲੀਨ ਜੀ ਪਿਛਲੇ 1 ਮਹੀਨੇ ਦੇ ਅੰਕੜੇ ਦੇਖ ਲਈਏ ਤੇ ਫਿਰ ਤੇ ਲੱਗਦਾ ਕਿ ਪਿਛਲੇ ਮਹੀਨੇ ਤੋਂ ਬਹੁਤ ਵਿਗੜੇ ਨੇ ਜਿਵੇਂ ਕਿ ਭਾਰਤ ਨੂੰ ਗ੍ਰਿਫਤ ਵਿੱਚ ਲਿਆ ਇਸ ਵੇਰੀਐਂਟ ਨੇ ਸਟ੍ਰੇਨ ਨੇ ਨਵੇਂ ਡਬਲ ਮਿਊਟੈਂਟ ਸਟ੍ਰੇਨ ਨੇ ਤੇ ਇਹ ਵੀ ਹੁਣ ਆਖਿਆ ਜਾ ਰਿਹਾ ਹੈ ਕਿ ਇੱਕ ਲਾਗ ਇੱਕ ਵਿੱਚ ਇਹੋ ਜਿਹੀ ਹੈ ਜਿਹੜਾ ਭਾਰਤ ਦੇ ਵਿੱਚ ਹੀ ਉਹ ਡਿਵੈਲਪ ਹੋਈ ਹੈ ਸੋ ਉਹ ਇੱਕ ਨਵੀਂ ਕਿਸਮ ਹੋ ਸਕਦੀ ਹੈ ਪੰਜਾਬ ਦੇ ਹਾਲਾਤ ਉਦੋਂ ਤੋਂ ਬਹੁਤ ਵਿਗੜੇ ਨੇ ਸਭ ਤੋਂ ਜਿਹੜੀ ਹੈਰਾਨੀ ਦੀ ਔਰ ਚਿੰਤਾ ਵਾਲੀ ਗੱਲ ਹੈ ਚਿੰਤਾ ਵਾਲੀ ਇਸ ਕਰਕੇ ਕਿ ਪੰਜਾਬ ਵਿੱਚ ਮੌਤ ਦੀ ਦਰ ਬਹੁਤ ਜ਼ਿਆਦਾ ਹੈ ਹੈਰਾਨੀ ਦੀ ਇਸ ਕਰਕੇ ਕਿ ਬਾਕੀ ਸਟੇਟਾਂ ਵਿੱਚ ਕਿਉਂ ਘੱਟ ਹੈ ਤੇ ਪੰਜਾਬ ਵਿੱਚ ਕਿਉਂ ਜ਼ਿਆਦਾ ਹੈ ਉਹ ਵੀ ਮੈਂ ਤੁਹਾਡੇ ਨਾਲ ਅੰਕੜੇ ਥੋੜੇ ਜਿਹਾ ਸਾਂਝੇ ਕਰਾਂਗਾ ਜ਼ਰੂਰ ਪੰਜਾਬ ਵਿੱਚ ਹੁਣ ਤੱਕ ਟੋਟਲ ਪਿਛਲੇ ਸਾਲ ਤੋਂ ਲੈ ਕੇ ਹੁਣ ਤੱਕ 4 ਲੱਖ ਕੇਸ ਆਏ ਨੇ 3.25 ਲੱਖ ਠੀਕ ਹੋ ਗਏ ਨੇ ਤੇ ਇਸ ਵੇਲੇ 10,000 ਦੇ ਲਾਗੇ ਜਿਹੜੀ ਮੌਤ ਦਾ ਅੰਕੜਾ ਜਿਹੜਾ ਸਰਕਾਰ ਵੱਲੋਂ ਦੱਸਿਆ ਜਾ ਰਿਹਾ 8,000 ਨਵੇਂ ਕੇਸ ਪਿਛਲੇ 24 ਘੰਟਿਆਂ 'ਚ ਆਏ ਨੇ 5,000 ਠੀਕ ਹੋ ਗਏ ਨੇ 150 ਦੇ ਲਾਗੇ ਮੌਤ ਜਿਹੜੀ ਹੈ ਉਹ ਹੋਈ ਹੈ ਪਿਛਲੇ 24 ਘੰਟਿਆਂ 'ਚ ਮੌਤ ਦਰ ਜਿਹੜੀ ਹੈ ਉਹ ਭਾਰਤ ਦੀ ਜਿੰਨੀਆਂ ਵੀ ਮੌਤ ਦਰਾਂ ਹਨ ਉਹਨਾਂ ਵਿੱਚੋਂ ਸਭ ਤੋਂ ਉੱਚੀ ਪੰਜਾਬ ਦੀ ਆ 2.4% ਦੀ ਪੰਜਾਬ ਦੇ ਵਿੱਚ ਜਿਹੜੇ
ਜ਼ਿਲ੍ਹੇ ਹਨ ਉਹ ਮੈਂ ਪਹਿਲਾਂ ਦੱਸ ਦੇਵਾਂ, ਲੁਧਿਆਣਾ, ਮੋਹਾਲੀ, ਜਲੰਧਰ, ਬਠਿੰਡਾ, ਅੰਮ੍ਰਿਤਸਰ। ਜੀ। ਇੱਥੇ ਦੇ ਪੇਸ਼ੈਂਟ ਅਗਰ ਗਿਣ ਲਈਏ ਤੇ ਤਕਰੀਬਨ ਪੰਜਾਬ ਦੇ ਕੁੱਲ ਜਿੰਨੇ ਕੋਵਿਡ ਦੇ ਪੇਸ਼ੈਂਟ ਨੇ ਤਕਰੀਬਨ 70-75% ਜਿਹੜੇ ਨੇ ਉਹ ਇੱਥੇ ਨੇ ਜੀ। ਇੱਕ ਦੂਸਰੀ ਗੱਲ ਹੋਰ, ਅੰਕੜੇ ਮੈਂ ਬਾਅਦ ਵਿੱਚ ਜਿਹੜੇ ਮੌਤ ਵਾਲੇ ਹਨ ਉਹ ਸਾਂਝੇ ਕਰਾਂਗਾ। ਜੀ। ਪੰਜਾਬ ਦੇ ਵਿੱਚ ਇਸ ਵੇਲੇ ਬਾਹਰੋਂ ਮਰੀਜ਼ ਬਹੁਤ ਆ ਰਹੇ ਨੇ। ਪੰਜਾਬ ਦੇ ਜਿੱਥੇ ਕਿ ਜਲੰਧਰ ਦੇ ਵਿੱਚ ਸਪੈਸ਼ਲਿਟੀ ਹਸਪੀਟਲ ਨੇ ਔਰ ਇੱਕ ਮੈਡੀਕਲ ਇੱਕ ਲੇਨ ਹਸਪੀਟਲ ਲਾਈਨ ਹੈ, ਪੂਰੀ ਇੱਕ ਸੜਕ ਹੈ। ਇਸੇ ਤਰ੍ਹਾਂ ਅੰਮ੍ਰਿਤਸਰ ਦੇ ਵਿੱਚ ਵੀ ਨੇ। ਅੰਮ੍ਰਿਤਸਰ ਘਟ ਜਾ ਰਹੇ ਨੇ, ਪਰ ਜਲੰਧਰ ਤੇ ਪਟਿਆਲੇ ਦੇ ਵਿੱਚ ਬਾਹਲੇ ਦੱਸੇ ਜਾ ਰਹੇ ਨੇ ਕਿ ਉੱਥੇ ਬਹੁਤ ਜ਼ਿਆਦਾ ਮਰੀਜ਼ ਆ ਰਹੇ ਨੇ, ਖਾਸ ਤੌਰ ਤੇ ਰਜਿੰਦਰਾ ਹਸਪਤਾਲ ਦੇ ਵਿੱਚ। ਬਾਹਰਲੀਆਂ ਸਟੇਟਸ ਤੇ ਜਿਸ ਵਿੱਚ ਹਰਿਆਣਾ ਵੀ ਸ਼ਾਮਲ ਹੈ, ਹਿਮਾਚਲ ਵੀ ਸ਼ਾਮਲ ਹੈ, ਦਿੱਲੀ ਵੀ ਸ਼ਾਮਲ ਹੈ, ਯੂਪੀ ਵੀ, ਉੱਤਰਾਖੰਡ ਕੀ, ਇੱਥੋਂ ਤੱਕ ਕਿ ਬਿਹਾਰ ਦੇ ਵੀ ਕੁਝ ਲੋਕ ਮਿਲੇ ਨੇ ਜਲੰਧਰ ਦੇ ਹਸਪਤਾਲਾਂ ਵਿੱਚ। ਜੀ। ਇੰਨੀ ਗਿਣਤੀ ਨਹੀਂ ਹੈ, ਪਰ ਫਿਰ ਵੀ ਇੱਥੇ ਲੋਕ ਇਲਾਜ ਕਰਾਉਣ ਵਾਸਤੇ ਆਏ ਹੋਏ ਨੇ। ਉੱਥੇ ਕੀ ਹਾਲਾਤ ਹੋਣਗੇ? ਬਿਲਕੁਲ। ਹੁਣ ਮੌਤ ਦਰ ਦੀ ਗੱਲ ਕਰਦੇ ਹਾਂ। ਪੰਜਾਬ ਦੀ ਮੈਂ ਦੱਸੀ ਸੀ 2.4% ਜੀ, ਤੇ ਉਸ ਤੋਂ ਬਾਅਦ ਮਹਾਰਾਸ਼ਟਰ ਦੀ ਹੈ 1.5% ਦੀ, ਤੇ ਸਾਡਾ ਗੁਆਂਢੀ ਹਰਿਆਣਾ ਜੀ 1% ਤੋਂ ਵੀ ਘੱਟ ਹੈ, ਤੇ ਕਈ ਸੂਬਿਆਂ ਦੇ ਵਿੱਚ 0.1% ਆ। ਜੀ। ਅੰਕੜਿਆਂ ਦਾ ਹੇਰ ਫੇਰ ਤਾਂ ਹੋ ਸਕਦਾ ਹੈ ਕਿ ਇਹ ਪੰਜਾਬ ਵਾਲੇ ਸੱਚ ਬੋਲ ਰਹੇ ਨੇ, ਜਾਂ ਪੰਜਾਬ ਵਾਲੇ ਵਾਕਿਆ ਇੰਨੇ ਕਮਜ਼ੋਰ ਨੇ, ਜਾਂ ਪੰਜਾਬ ਵਿੱਚ ਵਾਕਿਆ ਮੌਤਾਂ ਬਹੁਤ ਹੋ ਰਹੀਆਂ ਨੇ, ਜਾਂ ਬਾਕੀ ਦੱਸ ਨਹੀਂ ਰਹੇ। ਜੀ। ਇੱਕ ਸਵਾਲ ਹੁਣ ਇੱਥੇ ਸਵਲੀਨ ਜੀ ਹੋਰ ਖੜਾ ਹੁੰਦਾ ਹੈ, ਜਿਹੜਾ ਮੈਂ ਪ੍ਰੋਗਰਾਮ ਦੇ ਪਹਿਲੇ ਹਿੱਸੇ ਵਿੱਚ ਤੁਹਾਡੇ ਨਾਲ ਸਾਂਝਾ ਕੀਤਾ ਸੀ ਕਿ ਸ਼ਮਸ਼ਾਨਾਂ ਦੇ ਬਾਹਰ ਲਾਈਨਾਂ ਲੱਗੀਆਂ ਹੋਈਆਂ। ਤੁਸੀਂ ਲਖਨਊ ਤੋਂ ਖਬਰਾਂ ਸੁਣੀਆਂ ਹੋਣਗੀਆਂ, ਜੀ, ਹੈਦਰਾਬਾਦ ਤੋਂ ਸੁਣੀਆਂ ਹੋਣਗੀਆਂ, ਗੁਜਰਾਤ ਦੇ ਵਿੱਚੋਂ ਸੁਣੀਆਂ ਹੋਣਗੀਆਂ, ਮਹਾਰਾਸ਼ਟਰ 'ਚੋਂ ਸੁਣੀਆਂ ਹੋਣਗੀਆਂ, ਦਿੱਲੀ 'ਚ ਸੁਣੀਆਂ ਹੋਣਗੀਆਂ। ਜੀ। ਪੰਜਾਬ ਵਿੱਚੋਂ ਕਿੰਨੀਆਂ ਕੁ ਸੁਣੀਆਂ ਤੁਸੀਂ? ਬਹੁਤ ਘੱਟ। ਤੇ ਮੌਤ ਦਰ ਇੱਥੇ ਸਭ ਤੋਂ ਵੱਧ ਦੱਸੀ ਜਾ ਰਹੀ ਹੈ। ਇਸ ਤੋਂ ਕੀ ਪਤਾ ਲੱਗਦਾ? ਫਿਰ ਇੱਕ ਵੱਡਾ ਸਵਾਲ ਹੈ। ਅਸੀਂ ਉਂਗਲੀ ਕਰ ਰਹੇ ਹਾਂ, ਸਰਕਾਰਾਂ ਇਸ ਬਾਰੇ ਸੋਚਣ ਤੇ ਦੱਸਣ ਲੋਕਾਂ ਨੂੰ ਕਿ ਸੱਚਾਈ ਕੀ ਆ। ਜੇ ਪੰਜਾਬ ਸਹੀ ਅੰਕੜੇ ਦੇ ਰਿਹਾ ਤਾਂ ਪੰਜਾਬ ਸਰਕਾਰ ਦੇ ਸ਼ਾਬਾਸ਼ ਹੈ। ਜੀ। ਲੋਕਾਂ ਕੋਲ ਸਹੀ ਜਾਣਕਾਰੀ ਜਾਣੀ ਚਾਹੀਦੀ ਹੈ। ਪਰ ਪੰਜਾਬ ਦੇ ਵਿੱਚ ਮੈਂ ਕੁਝ ਲੋਕਾਂ ਨੂੰ ਬੇਨਤੀ ਕਰਨੀ ਚਾਹੁੰਦਾ। ਜੀ। ਪੰਜਾਬ ਦੇ ਵਿੱਚ ਆਮ ਤੌਰ ਤੇ ਜਿਨ੍ਹਾਂ ਦਾ ਕੋਈ ਪਿਆਰਾ ਸਰਗਵਾਸ ਹੋ ਜਾਂਦਾ ਹੈ ਜਾਂ ਕੋਈ ਬਿਮਾਰ ਹੋ ਜਾਂਦਾ ਹੈ, ਉਹ ਕਹਿੰਦੇ ਨੇ ਕਿ ਦੇਖੋ ਜੀ ਅਸੀਂ ਤੇ ਫਲਾਨੀ ਬਿਮਾਰੀ ਕਰਕੇ ਗਏ ਸੀ ਤੇ ਸਾਨੂੰ ਕੋਵਿਡ ਵਿੱਚ ਪਾ ਦਿੱਤਾ। ਜੀ। ਠੀਕ ਹੈ, ਹੋ ਸਕਦਾ ਹੈ ਕਿ ਕੋਵਿਡ ਨਾ ਵੀ ਹੋਵੇ ਉੱਥੇ, ਪਰ ਥੋੜਾ ਜਿਹਾ ਗੱਲ ਤੇ ਗੌਰ ਕਰਨਾ ਵੀ ਬਣਦਾ। ਇੱਕ ਵਿਅਕਤੀ ਨਾਲ ਮੇਰੀ ਗੱਲ ਹੋਈ, ਮੈਨੂੰ ਪਤਾ ਲੱਗਾ ਥੋੜੀ ਜਿਹੀ ਸਿਹਤ ਉਹਨਾਂ ਦੀ ਠੀਕ ਨਹੀਂ। ਮੈਂ ਉਹਨਾਂ ਨੂੰ ਫੋਨ ਕੀਤਾ, ਉਹ ਕਹਿੰਦੇ ਮੈਂ ਬਿਲਕੁਲ ਠੀਕ ਹਾਂ। ਮੈਂ ਕਿਹਾ ਫਿਰ ਕੀ ਗੱਲ ਕੀ ਆ? ਕਹਿੰਦੀ ਥੋੜੇ ਖੰਘ ਰੇਸ਼ਾ ਜਿਹਾ। ਅੱਛਾ। ਹਾਂਜੀ। ਤੇ ਚੈੱਕ ਕਰਵਾਇਆ, ਨਹੀਂ ਮੈਨੂੰ ਕਿੱਥੋਂ ਹੋਣਾ, ਮੇਰੇ ਕੋਲ, ਮੈਨੂੰ ਤੇ ਹੈ ਹੀ ਨਹੀਂ ਬਿਮਾਰੀ। ਇਹ ਗੱਲਾਂ ਜਿਹੜੀਆਂ ਹਨ ਦਿਮਾਗ ਚੋਂ ਕੱਢ ਦੇਣੀਆਂ ਚਾਹੀਦੀਆਂ ਨੇ। ਇਹ ਬਿਮਾਰੀ ਇਸ ਤਰ੍ਹਾਂ ਦੀ ਨਹੀਂ ਕਿ ਕਿਸੇ ਤੋਂ ਛੁਪਾਈ ਜਾਵੇ। ਇੱਕ ਗੱਲ, ਜੇ ਤੁਸੀਂ ਛੁਪਾਉਂਦੇ ਹੋ ਤਾਂ ਤੁਸੀਂ ਆਪਣੇ ਪਰਿਵਾਰ ਨੂੰ, ਆਪਣੇ ਰਿਸ਼ਤੇਦਾਰਾਂ ਨੂੰ, ਸੱਜਣਾ ਮਿੱਤਰਾਂ ਨੂੰ, ਆਪਣੇ ਸਹਿਪਾਠੀਆਂ ਨੂੰ, ਸਹਿਕਰਮੀਆਂ ਨੂੰ, ਸਾਰਿਆਂ ਨੂੰ ਖਤਰੇ ਵਿੱਚ ਪਾ ਰਹੇ ਹੋ। ਤੁਸੀਂ ਤੇ ਪੈ ਹੀ ਹੋ। ਤੇ ਟੈਸਟ ਕਰਵਾਉਣ ਵਿੱਚ ਕੀ ਜਾਂਦਾ ਹੈ? ਹਾਂ, ਤੁਸੀਂ ਆਪਣੇ ਤਰੀਕੇ ਨਾਲ ਕਰਵਾਓ। ਜੇ ਇਲਾਜ ਵੀ ਕਰਨਾ ਹੈ ਤੇ ਤੁਸੀਂ ਆਪਣੇ ਤਰੀਕੇ ਨਾਲ ਕਰੋ। ਇਲਾਜ ਜਿਹੜਾ ਹੈ, ਤੁਸੀਂ ਜੋ ਸਿੱਖਿਆ ਤੁਹਾਨੂੰ ਦਿੱਤੀ ਜਾਂਦੀ ਹੈ ਡਾਕਟਰ ਦੀ ਸਲਾਹ ਨਾਲ, ਜਿਹੜੇ ਚੰਗੇ ਡਾਕਟਰ ਨੇ ਉਹਨਾਂ ਕੋਲ ਸਲਾਹ ਲਓ। ਪਰ ਡਰ ਵੀ ਲੋਕਾਂ ਦੇ ਮਨਾਂ ਵਿੱਚ ਬੈਠ ਗਿਆ। ਜੀ, ਕਿਉਂ? ਸਿਹਤ ਤੰਤਰ ਤੇ ਯਕੀਨ ਨਹੀਂ, ਤਾਂ ਕਰਕੇ ਲਗਾਉਂਦੇ। ਸਿਹਤ ਤੰਤਰ ਤੇ ਯਕੀਨ ਨਹੀਂ ਹੈ। ਪਰ ਪੰਜਾਬ ਦੇ ਵਿੱਚ ਵੀ ਹਾਲਾਤ ਜਿਹੜੇ ਨੇ ਬਹੁਤੇ ਵਧੀਆ ਨਹੀਂ ਇਸ ਵੇਲੇ। ਪਰ ਇਸ ਵੇਲੇ ਲੋਕਾਂ ਨੂੰ ਥੋੜਾ ਜਿਹਾ ਹਾਲਾਤ ਤੇ ਯਕੀਨ ਕਰਨਾ ਪੈਣਾ। ਤੇ ਪੰਜਾਬ ਵਿੱਚ ਜਿਵੇਂ ਕਿ ਪੰਜਾਬ ਨੇ ਹਮੇਸ਼ਾ ਮੁਕਾਬਲਾ ਕੀਤਾ ਔਰ ਬੜੀਆਂ ਔਕੜਾਂ ਦਾ ਸਮੇਂ-ਸਮੇਂ ਤੇ ਬੜੀਆਂ ਵੱਡੀਆਂ ਮੁਸੀਬਤਾਂ ਵੀ ਝੱਲੀਆਂ ਨੇ ਆਪਣੇ ਪਿੰਡੇ ਤੇ। ਉਮੀਦ ਕਰਦੇ ਹਾਂ ਕਿ ਪੰਜਾਬ ਇਸ ਵਿੱਚੋਂ ਬਚ ਨਿਕਲੇਗਾ। ਪਰ ਮੈਨੂੰ ਲੱਗਦਾ ਹੈ ਕਿ ਪੰਜਾਬ ਦੇ ਅੰਕੜੇ ਜਿਹੜੇ ਹਨ ਉਹ ਠੀਕ-ਠਾਕ ਹਨ ਬਾਕੀ ਸੂਬਿਆਂ ਦੇ ਮੁਕਾਬਲੇ, ਜੇ ਇਹ ਸਹੀ ਅੰਕੜੇ ਦੇ ਰਹੇ ਤਾਂ। ਤੇ ਜੇ ਬਾਕੀ ਸਹੀ ਨਹੀਂ ਦੇ ਰਹੇ ਤਾਂ ਬਹੁਤ ਮਾੜੀ ਗੱਲ ਹੈ। ਜੀ ਕੁਲਦੀਪ ਜੀ, ਇੱਕ ਹੋਰ ਬੜੀ ਹੈਰਾਨੀ ਵਾਲੀ ਖਬਰ ਸਾਹਮਣੇ ਆਈ ਹੈ ਕਿ ਡਾਕਟਰ ਅਸਤੀਫੇ ਦੇ ਰਹੇ ਨੇ। ਇਸ ਵੇਲੇ ਡਾਕਟਰਾਂ ਦੀ ਸਭ ਤੋਂ ਜ਼ਿਆਦਾ ਲੋੜ ਹੈ ਤੇ ਉਹ ਅਸਤੀਫੇ ਦੇ ਰਹੇ ਨੇ। ਕੁਝ ਲੋਕ ਸਵੈ ਇੱਛਾ ਦੇ ਨਾਲ ਅੱਗੇ ਜਾ ਕੇ ਤੇ ਕਰੋਨਾ ਮਰੀਜ਼ਾਂ ਦੀ ਮਦਦ ਕਰ ਰਹੇ ਨੇ, ਤੇ ਕੀ ਕਹਿਣਾ ਚਾਹੋਗੇ? ਬਠਿੰਡਾ ਤੇ ਗਿੱਦੜਬਾਹੇ ਦੀਆਂ ਦੋ ਖਬਰਾਂ ਨੇ ਕਿ ਇੱਥੇ 4 ਡਾਕਟਰਾਂ ਨੇ ਅਸਤੀਫੇ ਦਿੱਤੇ ਨੇ, ਜਿਨ੍ਹਾਂ ਵਿੱਚ ਸੀਨੀਅਰ ਮੈਡੀਕਲ ਆਫੀਸਰ ਵੀ ਨੇ। ਜੀ। ਇੱਕ ਡਾਕਟਰ ਦਾ ਨਾਮ ਹੈ, ਉਹਨਾਂ ਦਾ ਨਾਮ ਆ ਰਿਹਾ ਤੇ ਕਹਿੰਦੇ ਨੇ ਕਿ ਉਹਨਾਂ ਨੇ ਪਹਿਲਾਂ ਅਸਤੀਫਾ ਦੇ ਦਿੱਤਾ ਸੀ ਪਹਿਲਾਂ ਵੀ, ਤੇ ਫਿਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਜ਼ੋਰ ਪਾ ਕੇ ਅਸਤੀਫਾ ਉਹਨਾਂ ਦਾ ਵਾਪਸ ਕਰਵਾਤਾ ਸੀ, ਤੇ ਹੁਣ ਉਹਨਾਂ ਨੇ ਫਿਰ ਅਸਤੀਫਾ ਦੇ ਦਿੱਤਾ। ਜੀ। ਤੇ ਇਹ ਖਬਰਾਂ ਵੀ ਆ ਰਹੀਆਂ ਨੇ ਕਿ ਵੱਡੇ ਸ਼ਹਿਰ ਦੇ ਵਿੱਚ ਉਹਨਾਂ ਨੇ ਹਸਪਤਾਲ ਆਪਣਾ ਬਣਾਉਣਾ ਸ਼ੁਰੂ ਕੀਤਾ ਹੋਇਆ ਸੀ ਤੇ ਉਹਨਾਂ ਨੇ ਖੋਲ੍ਹ ਲਿਆ ਨਾਲ ਦੀ ਨਾਲ। 2-3 ਹੋਰ ਛੱਡ ਗਏ ਨੇ। ਇਹਨਾਂ ਵਿੱਚੋਂ ਨੌਜਵਾਨ ਡਾਕਟਰ ਵੀ ਨੇ। ਜੀ। ਇੱਥੇ ਬੜਾ ਸਵਾਲ ਉੱਠਦਾ ਹੈ ਕਿ ਜਦੋਂ ਇਸ ਤਰ੍ਹਾਂ ਦੀ ਟ੍ਰੇਨਿੰਗ ਤੇ ਹੋਰ ਸਾਰੀਆਂ ਚੀਜ਼ਾਂ ਤੇ ਇੱਕ ਕਰਾਰ ਜਿਹੜਾ ਸਰਕਾਰਾਂ ਦੇ ਨਾਲ ਹੁੰਦਾ ਹੈ, ਕੀ ਉਹਨਾਂ ਨੂੰ ਇਜਾਜ਼ਤ ਹੈ ਇਸ ਮੌਕੇ ਤੇ? ਜੇ ਫੌਜੀ ਨੂੰ ਘਰ ਬੈਠੇ ਨੂੰ ਛੁੱਟੀ ਤੇ ਗਏ ਨੂੰ ਜੰਗ ਦੇ ਵੇਲੇ ਬੁਲਾ ਕੇ ਤੇ ਬਾਰਡਰ ਤੇ ਭੇਜ ਦਿੱਤਾ ਜਾਂਦਾ ਹੈ ਤੇ ਡਾਕਟਰਾਂ ਲਈ ਵੀ ਕੋਈ ਸਰਕਾਰ ਦਾ ਹੁਕਮ ਹੋ ਸਕਦਾ ਹੈ। ਬਿਲਕੁਲ। ਪਰ ਸਵਾਲ ਇੱਥੇ ਹੋਰ ਵੀ ਖੜਾ ਹੁੰਦਾ ਹੈ। ਉਹ ਸਵਾਲ ਸਵਲੀਨ ਜੀ ਇਹ ਆ, ਇੱਕ ਮਾਹਿਰ ਨਾਲ ਗੱਲਬਾਤ ਮੇਰੀ ਹੋਈ, ਉਹ ਕਹਿੰਦੇ ਕਿ ਤੁਸੀਂ ਡਾਕਟਰਾਂ ਤੇ ਉਂਗਲੀ ਉਠਾਉਂਦੇ ਹੋ
ਤੇ ਇਹ ਦੱਸੋ ਕਿ ਜਦੋਂ ਡਾਕਟਰ ਉੱਥੇ ਇਲਾਜ ਕਰਨ ਵਾਸਤੇ ਜਾਵੇ, ਇੱਕ ਖਿਡਾਰੀ ਨੂੰ ਅਸੀਂ ਕਹਿੰਦੇ ਆ ਕਿ ਤੂੰ ਜਾ ਕੇ ਖੇਡ, ਤੇ ਜਦੋਂ ਅਸੀਂ ਫੌਜੀ ਨੂੰ ਕਹਿੰਦੇ ਆ ਕਿ ਤੂੰ ਹੁਣ ਛੁੱਟੀ ਛੱਡ ਦੇ ਤੇ ਜੰਗ ਲੱਗੀ ਹੋਈ ਹੈ ਤੇ ਮੁਲਕ ਦੇ ਬਾਰਡਰ ਤੇ ਚੱਲ, ਤੇ ਤੁਸੀਂ ਉਹਨੂੰ ਇਹ ਤਾਂ ਨਹੀਂ ਕਹਿੰਦੇ ਕਿ ਸਾਡੇ ਕੋਲ ਤੂੰ ਲੜਨਾ ਵੀ ਇਸੇ ਤਰ੍ਹਾਂ ਹੀ ਹੈ, ਸਾਡੇ ਕੋਲ ਬੰਦੂਕ ਵੀ ਨਹੀਂ ਹੈ ਤੇ ਹੋਰ ਕੋਈ ਗੋਲਾ ਵੀ ਨਹੀਂ ਹੈ ਤੇ ਕੋਈ ਹਥਿਆਰ ਵੀ ਨਹੀਂ ਹੈ ਤੇ ਵਰਦੀ ਵੀ ਨਹੀਂ ਹੈ, ਕਿਸ ਤਰ੍ਹਾਂ ਲੜਨਾ ਫਿਰ? ਤੁਸੀਂ ਕਹਿ ਰਹੇ ਕਿ ਫੈਸਿਲਿਟੀਆਂ ਦੀ ਘਾਟ, ਫੈਸਿਲਿਟੀਆਂ ਦੀ ਵੀ ਘਾਟ ਹੈ। ਇੱਥੇ ਸਰਕਾਰਾਂ ਵੀ ਨਾਕਾਮ ਨੇ, ਸਿਸਟਮ ਤੇ ਅਸੀਂ ਬਣਾਇਆ ਕੋਈ ਨਹੀਂ। ਸਿਸਟਮ ਸਰਕਾਰੀ ਹਸਪਤਾਲਾਂ ਦੇ ਵਿੱਚ ਸਾਡਾ ਯਕੀਨ ਨਹੀਂ ਬਚਦਾ ਜੀ। ਜੇ ਅਸੀਂ ਉਹਨਾਂ ਦੀ ਗੱਲ ਕਰੀਏ ਤਾਂ ਬਹੁਤੇ ਸਰਕਾਰੀ ਨੌਕਰੀ ਵਾਲੇ ਡਾਕਟਰ ਹੀ ਜਾ ਰਹੇ ਨੇ ਤੇ ਆਪਣੇ ਹਸਪਤਾਲ ਖੋਲ ਰਹੇ ਨੇ ਜੀ, ਲੋਕ ਵੀ ਉੱਥੇ ਜਾ ਰਹੇ ਨੇ। ਆਮ ਜਿਹੜਾ ਬੰਦਾ ਜਿਹੜਾ ਕੋ ਥੋੜਾ ਬਹੁਤਾ ਸਮਰੱਥ ਜੇਬ ਵਾਲਾ ਹੈ ਜੀ, ਜਿਸ ਦੇ ਕੋਲ ਮਾੜੀ ਮੋਟੀ ਫੁਰਸਤ ਹੈ, ਉਹ ਸਰਕਾਰੀ ਹਸਪਤਾਲ ਵੱਲ ਨੂੰ ਮੂੰਹ ਨਹੀਂ ਕਰਦਾ, ਦੂਸਰੇ ਪਾਸੇ ਨੂੰ ਜਾਏਗਾ ਭਾਵੇਂ ਕਿ ਉਸ ਦਾ 4 ਗੁਣਾ ਵੱਧ ਉੱਥੇ ਖਰਚਾ ਹੁੰਦਾ ਹੋਵੇ। ਜੀ, ਖਾਸ ਤੌਰ ਤੇ ਇਹੋ ਜਿਹੇ ਮੌਕੇ ਤੇ ਇਹ ਇੱਕ ਸਥਿਤੀ ਬਣ ਗਈ ਹੈ ਪੰਜਾਬ ਦੇ ਵਿੱਚ, ਔਰ ਖਾਸ ਤੌਰ ਤੇ ਇਸ ਤਰ੍ਹਾਂ ਡਾਕਟਰਾਂ ਦਾ ਛੱਡ ਕੇ ਜਾਣਾ ਬਹੁਤ ਮੰਦਭਾਗਾ ਹੈ। ਜੀ, ਕਹਿੰਦੇ ਨੇ ਕਿ ਜੰਗ ਦੇ ਵਿੱਚੋਂ ਜਦੋਂ ਜਰਨੈਲ ਜਿਹੜਾ ਹੈ ਔਰ ਔਖੇ ਵੱਡੇ ਦੁਸ਼ਮਣ ਨਾਲ ਜਦੋਂ ਮੁਕਾਬਲਾ ਹੋਵੇ ਤੇ ਛੱਡ ਜਾਵੇ ਜਰਨੈਲ, ਤੇ ਫਿਰ ਫੌਜਾਂ ਦੇ ਹੌਸਲੇ ਪਸਤ ਹੋ ਜਾਂਦੇ ਨੇ। ਬਿਲਕੁਲ। ਇਹ ਮਾੜੀ ਗੱਲ ਹੈ। ਇਹ ਡਾਕਟਰ ਭਾਈਚਾਰੇ ਨੂੰ ਮੈਂ ਸਮਝਦਾ ਕਿ ਠੀਕ ਹੈ, ਜ਼ਿੰਦਗੀ ਵਾਰ-ਵਾਰ ਨਹੀਂ ਆਉਂਦੀ, ਡਾਕਟਰ ਦਾ ਬੜਾ ਉੱਚਾ ਰੁਤਬਾ ਹੈ। ਕਈ ਵਾਰ ਮੈਂ ਸੋਚਦਾ ਕਿ ਪੰਜਾਬ ਦੇ ਵਿੱਚ ਕਿੰਨਾ ਸਮਾਂ ਲਾਲ ਬੱਤੀ ਕਲਚਰ ਹੁੰਦਾ ਰਿਹਾ। ਲਾਲ ਬੱਤੀ ਕਲਚਰ ਜਿਹੜਾ ਸੀ ਚੱਲਦਾ ਰਿਹਾ, ਹਰ ਇੱਕ ਗੱਡੀ ਤੇ ਲਾਲ ਨੀਲੀਆਂ ਪੀਲੀਆਂ ਬੱਤੀਆਂ ਲੱਗੀਆਂ ਹੁੰਦੀਆਂ ਸੀ, ਤੇ ਵੀਵੀਆਈਪੀ ਜਾਂ ਵੀਆਈਪੀ ਲੋਕ ਜਿਹੜੇ ਸੀਗੇ ਉਹ ਆਪਣੇ ਹਿਸਾਬ ਨਾਲ ਕਨਵੀਨੀਅੰਸ ਦੇ ਨਾਲ ਆਪਣੇ ਅਹੁਦਿਆਂ ਦੇ ਹਿਸਾਬ ਨਾਲ ਬੱਤੀਆਂ ਲਾ ਲੈਂਦੇ ਸੀ ਤੇ ਹੂਟਰ ਮਾਰਦੇ ਲੰਘ ਜਾਂਦੇ ਸਨ। ਫਿਰ ਸਰਕਾਰਾਂ ਨੂੰ ਕੁਝ ਉਹਨਾਂ ਦੀ ਨੀਂਦ ਖੁੱਲੀ ਤੇ ਬੱਤੀਆਂ ਬੰਦ ਕਰ ਦਿੱਤੀਆਂ ਗਈਆਂ। ਅੱਜ ਕੱਲ ਤੁਹਾਨੂੰ ਲਾਲ ਬੱਤੀਆਂ ਆਮ ਤੌਰ ਤੇ ਦੇਖੀਆਂ ਨਹੀਂ ਜਾਂਦੀਆਂ ਕਿਤੇ ਵੀ। ਨਹੀਂ ਦੇਖਦੀਆਂ। ਮੈਂ ਕਈ ਵਾਰੀ ਸੋਚਦਾ ਕਿ ਡਾਕਟਰ ਨੂੰ ਇੰਨੀ ਖੁੱਲ੍ਹ ਹੋਣੀ ਚਾਹੀਦੀ ਹੈ ਕਿ ਉਸ ਦੀ ਗੱਡੀ ਤੇ ਇੱਕ ਸਪੈਸ਼ਲ ਜਿਹੜਾ ਸਾਇਰਨ ਜਾਂ ਕੋਈ ਬੱਤੀ ਲੱਗੀ ਹੋਵੇ, ਜਿੱਥੇ ਉਸ ਨੂੰ ਟੋਲ ਪਲਾਜ਼ਿਆਂ ਤੋਂ ਵੀ ਟੋਲ ਦੀ ਮੁਕਤੀ ਹੋਵੇ ਤੇ ਹੋਰਨਾਂ ਥਾਵਾਂ ਤੋਂ ਉਸ ਨੂੰ ਲੰਘਣ ਦੀ ਉਸ ਨੂੰ ਪ੍ਰਾਇੋਰਟੀ ਜਿਹੜੀ ਦਿੱਤੀ ਜਾਵੇ, ਬਸ਼ਰਤੇ ਕਿ ਉਸ ਦੀ ਗੱਡੀ ਦੇ ਵਿੱਚ ਲਾਈਫ ਸੇਵਿੰਗ ਡਰੱਗਸ ਤੇ ਜਿਹੜਾ ਫਸਟ ਏਡ ਦਾ ਸਮਾਨ ਪਿਆ ਹੋਵੇ। ਡਾਕਟਰ ਦਾ ਰੁਤਬਾ ਇੰਨਾ ਉੱਚਾ ਹੋਣਾ ਚਾਹੀਦਾ ਸਮਾਜ ਦੇ ਵਿੱਚ, ਤੇ ਡਾਕਟਰ ਸਾਹਿਬ ਜਦੋਂ ਜਾਣ ਤੇ ਲੋਕ ਵੇਖਣ ਕਿ ਡਾਕਟਰ ਸਾਹਿਬ ਜਾ ਰਹੇ ਨੇ ਜੀ। ਸੋ ਇਹ ਸਮਾਂ ਹੈ, ਇਸ ਵੇਲੇ ਬਹੁਤ ਭਿਆਨਕ ਸਮਾਂ ਹੈ, ਤੇ ਮੈਂ ਸਮਝਦਾ ਕਿ ਡਾਕਟਰਾਂ ਨੇ ਜੇ ਕੋਈ ਇਸ ਤਰ੍ਹਾਂ ਦਾ ਫੈਸਲਾ ਜਿਹੜੇ ਨੌਜਵਾਨ ਖਾਸ ਤੌਰ ਤੇ ਡਾਕਟਰ ਲੈ ਰਹੇ ਨੇ ਉਹ ਮਾੜੀ ਗੱਲ ਹੈ। ਉਹਨਾਂ ਨੂੰ ਮਾਨਵਤਾ ਦੀ ਸੇਵਾ ਕਰਨੀ ਚਾਹੀਦੀ ਹੈ ਜਿਵੇਂ ਵੀ ਕਰਨਾ ਜੀ। ਕੁਲਦੀਪ ਜੀ ਕਹਿੰਦੇ ਹੁੰਦੇ ਵੀ ਡੁੱਬਦੇ ਨੂੰ ਤਿਨਕੇ ਦਾ ਸਹਾਰਾ, ਤੇ ਇਸ ਵੇਲੇ ਤਿਨਕੇ ਦਾ ਸਹਾਰਾ ਹੈ ਕਰੋਨਾ ਰੋਕੂ ਟੀਕਾ। ਤੇ ਟੀਕਾਕਰਨ ਦੀ ਮੁਹਿੰਮ ਕਿੱਥੋਂ ਤੱਕ ਪਹੁੰਚੀ ਹੈ ਸਾਡੇ ਦੇਸ਼ 'ਚ? ਟੀਕਾਕਰਨ ਦੀ ਮੁਹਿੰਮ ਜਿਹੜੀ ਆ ਅਜੇ ਤੱਕ ਸਰਕਾਰ ਦੇ ਅੰਕੜਿਆਂ ਦੀ ਜੇ ਗੱਲ ਮੰਨੀਏ ਤੇ ਉਹਨਾਂ ਨੇ ਇਹ ਕਹਿ ਦਿੱਤਾ ਕਿ 45 ਸਾਲ ਤੋਂ ਉੱਪਰ ਉਮਰ ਦੇ ਜਿੰਨੇ ਲੋਕ ਹਨ ਭਾਰਤ ਵਿੱਚ ਰਹਿ ਰਹੇ, ਉਹਨਾਂ ਦੇ ਵਿੱਚੋਂ ਤੀਸਰਾ ਹਿੱਸਾ ਨੂੰ ਟੀਕੇ ਲੱਗ ਚੁੱਕੇ ਨੇ ਜੀ। ਰੌਲਾ ਪੈ ਰਿਹਾ ਸੀ, ਇੱਕ ਤੇ ਧਾਰਨਾਵਾਂ ਇੰਨੀਆਂ ਬਣ ਰਹੀਆਂ ਨੇ ਕਿ ਹਰ ਵੇਲੇ ਕੋਈ ਨਾ ਕੋਈ ਜਿਹੜਾ ਹੈ ਫੈਸਲਾ ਬਦਲ ਲੈਂਦੀ ਹੈ ਸਰਕਾਰ। ਸਰਕਾਰਾਂ ਦੇ ਵੀ ਵੱਸ ਦੀ ਗੱਲ ਨਹੀਂ ਹੈ, ਬਹੁਤ ਸਾਰੇ ਦੇਸ਼ਾਂ 'ਚ ਹੋਇਆ, ਇਕੱਲੇ ਭਾਰਤ ਵਿੱਚ ਨਹੀਂ ਹੋਇਆ, ਉੱਥੇ ਵੀ ਫੈਸਲੇ ਇਸੇ ਤਰ੍ਹਾਂ ਬਦਲਣੇ ਪਏ ਨੇ। ਕਿਹੜੇ ਫੈਸਲੇ ਬਦਲਣੇ ਪਏ ਨੇ? ਇੱਕ ਤੇ ਇਹ, ਜਦੋਂ ਭਾਰਤ ਸਰਕਾਰ ਨੇ ਕਹਿਤਾ ਕਿ 45 ਸਾਲ ਤੋਂ ਉੱਪਰ ਦੀ ਉਮਰ ਵਾਲਿਆਂ ਨੂੰ ਟੀਕੇ ਲਾਉਣੇ ਨੇ ਅਜੇ, ਤੇ ਬਾਅਦ ਵਿੱਚ ਦੂਸਰੇ ਨੂੰ ਲਾਵਾਂਗੇ ਥੱਲੇ ਦੀ ਉਮਰ ਵਾਲਿਆਂ ਨੂੰ, ਤੇ ਉਹ ਕਈ ਇਹ ਕਹਿਣ ਲੱਗ ਪਏ ਕਿ ਸਾਰਿਆਂ ਨੂੰ ਖੋਲ ਦੇਣੇ ਚਾਹੀਦੇ ਨੇ। ਹੁਣ ਜਦੋਂ ਸਰਕਾਰ ਨੇ 1 ਮਈ ਤੋਂ ਖੋਲ ਦਿੱਤੇ ਨੇ ਤੇ ਟੀਕਿਆਂ ਬਾਰੇ ਰੌਲਾ ਪੈ ਗਿਆ ਕਿ ਟੀਕੇ ਬਹੁਤ ਘੱਟ ਨੇ। ਪੰਜਾਬ ਸਰਕਾਰ ਨੇ ਤੇ ਅੱਜ ਕੋਰਟ ਦੇ ਵਿੱਚ ਪਟੀਸ਼ਨ ਪਾ ਕੇ ਇੱਥੋਂ ਤੱਕ ਕਹਿ ਦਿੱਤਾ ਹੈ ਕਿ 45 ਸਾਲ ਤੋਂ ਥੱਲੇ ਦੀ ਉਮਰ ਵਾਸਤੇ ਜਾਂ 18 ਤੋਂ 45 ਸਾਲ ਦੇ ਉਮਰ ਵਰਗ ਵਾਸਤੇ ਲਾਉਣ ਵਾਸਤੇ ਸਾਡੇ ਕੋਲ ਇੱਕ ਵੀ ਟੀਕਾ ਬਾਕੀ ਨਹੀਂ ਹੈ। ਕੁਲਦੀਪ ਜੀ, ਟੀਕਾਕਰਨ ਦੀ ਗੱਲ ਇਸ ਤਰ੍ਹਾਂ ਜਾਰੀ ਰੱਖਾਂਗੇ, ਪਰ ਹੁਣ ਵੇਲਾ ਹੋ ਗਿਆ ਇੱਕ ਛੋਟੀ ਜਿਹੀ ਬ੍ਰੇਕ ਦਾ। ਜਲਦ ਹਾਜ਼ਰ ਹੁੰਦੇ ਹਾਂ। ਬ੍ਰੇਕ ਤੋਂ ਬਾਅਦ ਪ੍ਰੋਗਰਾਮ ਵਿਚਾਰ ਚਰਚਾ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ। ਕੁਲਦੀਪ ਜੀ, ਅਸੀਂ ਗੱਲ ਕਰ ਰਹੇ ਸੀ ਕਰੋਨਾ ਟੀਕਾਕਰਨ ਮੁਹਿੰਮ ਦੀ ਕਿ ਕਿੰਨਾ ਕਿਨੂੰ ਸਮਾਂ ਹੋਰ ਲੱਗਣਾ ਹੈ ਤੇ ਹਾਲੇ ਪਹੁੰਚੀ ਕਿੱਥੋਂ ਤੱਕ ਹੈ ਮੁਹਿੰਮ? ਅਜੇ ਬਹੁਤ ਪਿੱਛੇ ਹੈ। ਕਈ ਵਿਕਸਿਤ ਮੁਲਕਾਂ ਦੇ ਵਿੱਚ ਬਹੁਤ ਅੱਗੇ ਜਾ ਚੁੱਕੀ ਹੈ। ਜਿਵੇਂ ਅਸੀਂ ਗੱਲ ਕਰ ਰਹੇ ਸੀ, ਭਾਰਤ ਦੇ ਵਿੱਚ ਅਸਲ 'ਚ ਖਿੱਚੋਤਾਣੀ ਬਣੀ ਰਹੀ ਹੈ। ਇੱਕ ਤੇ ਤੁਹਾਨੂੰ ਪਤਾ ਹੈ ਕਿ 2 ਕੰਪਨੀਆਂ ਨੇ, ਸੀਰਮ ਇੰਸਟੀਚਿਊਟ ਆਫ ਇੰਡੀਆ ਤੇ ਭਾਰਤ ਬਾਇਓਟੈਕ। ਹੁਣ ਇਹਨਾਂ ਨੂੰ ਸਰਕਾਰ ਨੇ ਪਹਿਲਾਂ ਕੁਝ ਹੋਰ ਹੁਕਮ ਦਿੱਤਾ ਸੀ ਤੇ ਹੁਣ ਕੁਝ ਹੋਰ ਦੇ ਦਿੱਤਾ। ਪਹਿਲਾਂ ਕੀਮਤ ਜਦੋਂ ਜ਼ਿਆਦਾ ਘਟਾ ਕੇ ਰੱਖੀ ਹੋਈ ਸੀ ਤੇ ਸਰਕਾਰ ਨੇ ਫਿਰ ਇਹਨਾਂ ਨੂੰ ਥੋੜਾ ਜਿਹਾ ਰਿਲੈਕਸੇਸ਼ਨ ਦਿੱਤੀ ਤੇ ਆਪਣੇ ਕੋਲੋਂ ਫੰਡਸ ਦਿੱਤੇ ਕਿ ਤੁਸੀਂ ਹੁਣ ਕੀਮਤ ਘਟਾ ਕੇ ਸਟੇਟਸ ਨੂੰ ਇਸ ਕੀਮਤ ਤੇ ਦਿਓ। ਭਾਵੇਂ ਜੇ ਸੀਰਮ ਇੰਸਟੀਚਿਊਟ ਆਫ ਇੰਡੀਆ ਦੀ ਗੱਲ ਕਰੀਏ ਤੇ ਉਹ ਸਟੇਟ ਨੂੰ ਜਿਹੜਾ ਸਰਕਾਰਾਂ ਨੂੰ ਦੇਵੇਗਾ 300 ਰੁਪਏ ਪ੍ਰਤੀ ਟੀਕਾ, ਤੇ ਜੇ ਪ੍ਰਾਈਵੇਟ ਹਸਪਤਾਲ ਨੂੰ ਦੇਵੇਗਾ ਤੇ 600 ਰੁਪਏ। ਇਸੇ ਤਰ੍ਹਾਂ ਭਾਰਤ ਬਾਇਓਟੈਕ ਨੇ ਕੀਮਤ ਜ਼ਿਆਦਾ ਰੱਖੀ ਹੈ। ਉਹ ਕਹਿੰਦੇ ਜੀ ਕਿ ਸੂਬਿਆਂ ਨੂੰ ਅਸੀਂ ਕੀਮਤ 400 ਦੇ ਵਿੱਚ ਤੇ ਜਾਂ ਨਿੱਜੀ ਹਸਪਤਾਲਾਂ ਨੂੰ 1200 ਦੇ ਵਿੱਚ ਜਿਹੜਾ ਉਹ ਟੀਕਾ ਅਸੀਂ ਦੇਵਾਂਗੇ। ਹੁਣ ਇਹ ਜਿਹੜਾ ਡਿਫਰੈਂਸ ਹੈ, ਮਾਹਿਰਾਂ ਨੇ ਇਹ ਆਖਿਆ ਕਿ ਇਸ ਡਿਫਰੈਂਸ ਦੇ ਨਾਲ, ਪ੍ਰਾਈਸ ਡਿਫਰੈਂਸ ਦੇ ਨਾਲ ਕਾਲਾ ਬਾਜ਼ਾਰੀ ਹੋ ਰਹੀ ਹੈ। ਬਿਲਕੁਲ, ਬਲੈਕ ਮਾਰਕੀਟ ਨੂੰ ਥਾਂ ਮਿਲ ਗਿਆ। ਬਲੈਕ ਮਾਰਕੀਟ ਨੂੰ ਤੇ ਹੋਰ ਚੀਜ਼ਾਂ ਲਈ ਵੀ ਜਿਹੜਾ ਰਸਤਾ ਖੁੱਲੇ ਹੋਏ ਨੇ। ਇਹ ਪ੍ਰਾਈਸ ਡਿਫਰੈਂਸ ਆ, ਇਸ ਦੇ ਵਿੱਚ ਹੁਣ ਉਹ ਕਹਿ ਰਹੇ ਨੇ ਕਿ ਜਿਸ ਦੀ ਤੇ ਚੱਲਦੀ ਹੈ,
ਜਿਸ ਦੀ ਚੱਲਦੀ ਆ ਪ੍ਰਾਈਵੇਟ ਹਸਪਤਾਲਾਂ ਵਾਲੇ ਵੱਡੇ ਗਰੁੱਪ ਨੇ, ਉਹਨਾਂ ਨੇ ਵੱਡੀ ਗਿਣਤੀ ਵਿੱਚ ਟੀਕੇ ਮੰਗਵਾ ਕੇ ਰੱਖ ਲਏ ਨੇ, ਜੀ ਉਹ ਲਾ ਰਹੇ ਨੇ ਤੇ ਕਈ ਜਗ੍ਹਾ ਤੇ 900 ਤੋਂ ਲੈ ਕੇ 1200 ਰੁਪਈਆ ਵੀ ਜਿਹੜਾ ਹੈ ਪਰ ਟੀਕੇ ਦਾ ਵਸੂਲਿਆ ਜਾ ਰਿਹਾ। ਸੋ ਇਹ ਵੀ ਕੰਮ ਹੋ ਰਿਹਾ। ਪਰ ਆਮ ਲੋਕ ਹੁਣ ਕੌਣ ਵਾਂਝਾ ਰਹਿ ਰਿਹਾ? ਇਹ ਨਹੀਂ, ਪਹਿਲੀ ਡੋਜ਼ ਸਰਕਾਰ ਨੇ ਜਿਵੇਂ ਕਹਿ ਦਿੱਤਾ ਕਿ 45 ਸਾਲ ਤੋਂ ਉੱਪਰ ਉਮਰ ਵਾਲਿਆਂ ਨੂੰ ਅਸੀਂ ਤੀਜੇ ਹਿੱਸੇ ਨੂੰ ਲਾ ਦਿੱਤੀ ਹੈ, ਜੀ ਤੇ ਹੁਣ ਉਹਨਾਂ ਦੇ 5 ਹਫ਼ਤਿਆਂ ਬਾਅਦ ਜਿਹੜੀ ਹੈ ਉਹ ਦੂਸਰੀ ਡੋਜ਼ ਲੱਗਣੀ ਹੈ। ਸਭ ਤੋਂ ਵੱਡੀ ਸਮੱਸਿਆ ਉੱਥੇ ਆ ਰਹੀ ਆ। ਉਹ ਦੂਸਰੀ ਡੋਜ਼ ਵਾਸਤੇ ਉਹਨਾਂ ਨੇ ਜਵਾਬ ਹੀ ਦੇਈ ਜਾਂਦੇ ਨੇ ਬਹੁਤੇ ਸਰਕਾਰੀ ਅਦਾਰੇ ਤਾਂ ਖਾਸ ਤੌਰ ਤੇ ਕਿ ਸਾਡੇ ਕੋਲ ਡੋਜ਼ ਹੈ ਹੀ ਨਹੀਂ। ਅੱਛਾ, ਸੋ ਉਹ ਡੋਜ਼ ਦੀ ਸਮੱਸਿਆ ਆ ਰਹੀ ਹੈ ਬੇਸਿਕਲੀ, ਕਿਉਂਕਿ ਹਲੇ ਪਹਿਲੀ ਵਾਲੇ ਬਹੁਤ ਫਸੇ ਹੋਏ ਨੇ। ਹੁਣ 18 ਤੋਂ 45 ਵਾਲਾ ਵਰਗ ਖੋਲ ਦਿੱਤਾ। ਬਿਲਕੁਲ ਲੋਕਾਂ ਦਾ ਯਕੀਨ ਕੁਝ ਵੱਜ ਗਿਆ, ਪਰ ਅਜੇ ਵੀ ਪੂਰਾ ਨਹੀਂ ਵੱਜਿਆ। ਇਸ ਨੂੰ ਸੀਰੀਅਸਲੀ ਨਹੀਂ ਲੈ ਰਹੇ। ਇਹ ਸਮੱਸਿਆ ਹੁਣ ਟੀਕਾਕਰਨ ਦੀ ਜਿਹੜੀ ਹੈ, ਇਹ ਜਿਹੜੀ ਮੁਹਿੰਮ ਜਿਹੜੀ ਚਲਾਈ ਹੋਈ ਹੈ ਭਾਰਤ ਸਰਕਾਰ ਨੇ, ਇਸ ਦੇ ਵਿੱਚ ਹੋਰ ਕਈ ਵਿਦੇਸ਼ੀ ਟੀਕੇ ਵੀ ਆ ਰਹੇ ਨੇ ਤੇ ਜਿਹੜਾ ਪ੍ਰਾਈਸ ਡਿਫਰੈਂਸ ਆ ਇਸ ਤੋਂ ਮਾਹਰ ਬਹੁਤ ਔਖੇ ਨੇ। ਉਹਨਾਂ ਨੇ ਕਿਹਾ ਹੈ ਕਿ ਇਸ ਦੇ ਨਾਲ ਜਿਹੜੀ ਹੈ ਬਲੈਕ ਮਾਰਕੀਟ ਜਿਹੜੀ ਆ ਉਸ ਦੇ ਕਈ ਰਸਤੇ ਖੁੱਲ ਜਾਂਦੇ ਨੇ। ਇਹ ਚੰਗੀ ਗੱਲ ਨਹੀਂ ਹੈ ਤੇ ਇਸ ਦੇ ਨਾਲ ਨਕਲੀ ਟੀਕੇ ਵੀ ਆ ਸਕਦੇ ਨੇ, ਭਾਵੇਂ ਕਿ ਹਾਲੇ ਤੱਕ ਸਰਕਾਰ ਨੇ ਕੰਟਰੋਲ ਰੱਖਿਆ ਹੈ। ਪਰ ਸਰਕਾਰ ਨੇ ਇਹ ਗੱਲ, ਇੱਕ ਤੇ ਮਾਹਰ ਨੇ ਇੱਥੋਂ ਤੱਕ ਇਹ ਗੱਲ ਆਖੀ ਕਿ ਬਦ ਇੰਤਜ਼ਾਮੀ ਹੈ ਅਤੇ ਇਹ ਕੋਈ ਚੰਗਾ ਫੈਸਲਾ ਨਹੀਂ ਜਦੋਂ ਸਰਕਾਰ ਨੇ ਇਸ ਨੂੰ ਓਪਨ ਮਾਰਕੀਟ ਲਈ ਖੋਲ ਦਿੱਤਾ ਹੈ। ਸਰਕਾਰ ਆਪਣੇ ਕੋਲ ਹੀ ਰੱਖਦੀ ਤੇ ਫਿਰ ਬਾਕੀਆਂ ਨੂੰ ਹੁਕਮ ਦਿੰਦੀ ਕਿ ਤੁਸੀਂ ਲਾਓ, ਉਹ ਜ਼ਿਆਦਾ ਬਿਹਤਰ ਤਰੀਕਾ ਸੀ। ਇਸ ਨਾਲ ਇਸ ਦੀ ਕਾਲਾਬਾਜ਼ਾਰੀ ਨਹੀਂ ਸੀ ਹੋ ਸਕਦੀ। ਸੋ ਹੁਣ ਜੇ ਹੋ ਰਹੀ ਹੈ ਬਲੈਕ ਮਾਰਕੀਟ ਦੇ ਵਿੱਚ ਟੀਕੇ ਵੇਖ ਰਹੇ ਨੇ, ਜਾਂ ਵੱਡਿਆਂ ਜਿਹੜੇ ਗਰੁੱਪਾਂ ਨੇ ਉਹਨਾਂ ਨੇ ਜ਼ਿਆਦਾ ਟੀਕੇ ਹਥਿਆ ਲਏ ਨੇ ਤੇ ਗਰੀਬ ਲੋਕ ਵਾਸਤੇ, ਗਰੀਬ ਜਾਂ ਛੋਟੇ ਸ਼ਹਿਰਾਂ ਵਾਸਤੇ ਜਾਂ ਪਿੰਡਾਂ ਵਿੱਚ ਰਹਿਣ ਵਾਲੇ ਲੋਕਾਂ ਵਾਸਤੇ ਇਹ ਜਿਹੜੀ ਆ ਮੁਸ਼ਕਲ ਬਣ ਜਾਵੇਗੀ। ਜੀ, ਤੇ ਕੁਲਦੀਪ ਜੀ, ਕਰੋਨਾ ਦੇ ਇਲਾਜ ਲਈ ਬੜੇ ਅਜੀਬੋ-ਗਰੀਬ ਮਾਮਲੇ ਸਾਹਮਣੇ ਆ ਰਹੇ ਨੇ, ਬੜੇ ਤਰੀਕੇ ਸਾਹਮਣੇ ਆ ਰਹੇ ਨੇ, ਉਹ ਭਲਾ ਕੀ ਨੇ? ਦੇਖੋ, ਬਦਕਿਸਮਤੀ ਦੀ ਗੱਲ ਹੈ ਕਿ ਸਾਡੇ ਕਈ ਜਿਵੇਂ ਕਹਿੰਦੇ ਨੇ ਕਿ ਨੀਮ ਹਕੀਮੀ ਵਾਲਾ ਕੰਮ ਸਾਡੇ ਜਾਂਦਾ ਨਹੀਂ। ਜੀ ਜੀ, ਕਦੇ ਕਿਤੇ ਟੋਟਕਾ ਨੁਸਖਾ ਕਿਸੇ ਤੇ ਕੰਮ ਕਰ ਗਿਆ ਹੋਵੇ ਤਾਂ ਮੈਂ ਕਹਿ ਨਹੀਂ ਸਕਦਾ। ਜਾਂ ਪੁਰਾਤਨ ਸਮਿਆਂ ਦੇ ਵਿੱਚ ਜਦੋਂ ਹਕੀਮ ਹਿਕਮਤ ਕਰਦੇ ਸਨ, ਉਹ ਗੱਲਾਂ ਹੋਰ ਸਨ। ਜੀ, ਪਰ ਅੱਜ ਕੋਲ ਜਿਹੜਾ ਹੈ ਹਰ ਚੀਜ਼ ਦਾ ਪ੍ਰੂਫ ਜਿਹੜਾ ਹੈ ਮੈਡੀਕਲ ਸਾਇੰਸ ਮੰਗਦੀ ਹੈ ਤੇ ਹਰ ਚੀਜ਼ ਦਾ ਪ੍ਰੂਫ ਜਿਹੜਾ ਦਿੱਤਾ ਜਾਂਦਾ। ਇਸ ਵਿੱਚ ਵੀ ਬਹੁਤ ਓਲੇ ਹੋ ਸਕਦੇ ਨੇ, ਪਰ ਭਾਰਤ ਵਿੱਚ ਅਜੀਬੋ-ਗਰੀਬ ਘਟਨਾਵਾਂ ਜਿਹੜੀਆਂ ਨੇ ਉਹ ਹਟਦੀਆਂ ਨੇ। ਭੋਪਾਲ ਤੋਂ 200 ਕਿਲੋਮੀਟਰ ਦੂਰ ਮੱਧ ਪ੍ਰਦੇਸ਼ ਦੇ ਵਿੱਚ ਇੱਕ ਮਾਮਲਾ ਹੈ। ਇੱਕ ਨੀਮ ਹਕੀਮ ਹੈ, ਝੋਲਾ ਛਾਪ ਕੋਈ ਡਾਕਟਰ ਹੈ। ਉਸਨੇ ਕਹਿੰਦੇ ਸੰਤਰਿਆਂ ਦੇ ਬਾਗ ਦੇ ਵਿੱਚ ਥੱਲੇ ਦਰੀਆਂ ਵਿਛਾਈਆਂ ਹੋਈਆਂ ਨੇ ਤੇ ਉੱਥੇ ਪੇਸ਼ੈਂਟਸ ਨੂੰ ਦਰਖਤਾਂ ਦੇ ਨਾਲ ਟੰਗ ਕੇ ਗਲੂਕੋਜ਼ ਤੇ ਹੋਰ ਦਵਾਈਆਂ ਜਿਹੜੀਆਂ ਲਾ ਰਹੀਆਂ ਨੇ। ਔਰ ਉਸ ਦਾ ਪ੍ਰਭਾਵ ਇੰਨਾ ਜ਼ਿਆਦਾ ਹੈ ਕਿ 50-50 ਕਿਲੋਮੀਟਰ ਤੋਂ ਲੋਕ ਉਸ ਕੋਲ ਆਉਂਦੇ ਨੇ ਤੇ 10 ਕਿਲੋਮੀਟਰ ਦੇ ਘੇਰੇ 'ਚ ਆਉਂਦੇ ਸਾਰੇ ਪਿੰਡਾਂ ਵਾਲੇ ਜਿਹੜੇ ਨੇ ਉਸ ਕੋਲ ਉੱਥੇ ਜਿਹੜੇ ਗਲੂਕੋਜ਼ ਜਾਂ ਹੋਰ ਦਵਾਈਆਂ ਲੈਣ ਵਾਸਤੇ ਆ ਰਹੇ ਨੇ। ਇਹ ਭੋਪਾਲ ਦੀ ਖਬਰ ਹੈ। ਔਰ ਇਸੇ ਤਰ੍ਹਾਂ ਦੇ ਇੱਕ ਬੜੀ ਬਿਲਾਸਪੁਰ ਛੱਤੀਸਗੜ੍ਹ ਦੇ ਵਿੱਚ ਇੱਕ ਪਰਿਵਾਰ ਦੇ 8 ਜੀਆਂ ਦੀ ਮੌਤ ਹੋ ਗਈ ਹੈ, ਇਸ ਕਰਕੇ ਕਿ ਉਹਨਾਂ ਨੇ ਇੱਕ ਹੋਮੋਪੈਥੀ ਦੀ ਮੈਡੀਸਿਨ ਜਿਹੜੀ ਸੀ ਉਹ ਕਿਸੇ ਦੇ ਆਖੇ ਤੇ ਲੈ ਲਈ। ਉਹ ਵੀ ਇੱਕ ਕੋਈ ਡਾਕਟਰ ਸੀ ਹੋਮੋਪੈਥੀ ਦਾ, ਉਸਨੇ ਇੱਕ ਅਜਿਹੀ ਦਵਾਈ ਉਹਨਾਂ ਨੂੰ ਦੇ ਦਿੱਤੀ ਜਿਸ ਦੇ ਵਿੱਚ 91% ਅਲਕੋਹਲ ਸੀ ਤੇ ਦੇਸੀ ਸ਼ਰਾਬ ਉਸ ਦੇ ਵਿੱਚ ਮਿਲਾ ਕੇ ਜਿਹੜੀ ਸੀ ਉਹ ਦਿੱਤੀ ਜਾਣੀ ਸੀ। ਸੋ ਉਹ ਦਵਾਈ ਉਹਨਾਂ ਨੇ ਪੀ ਲਈ ਹੈ ਤੇ 8 ਜੀ ਉਸ ਪਰਿਵਾਰ ਦੇ ਖਤਮ ਨੇ ਤੇ ਪੁਲਿਸ ਨੇ ਮਾਮਲਾ ਦਰਜ ਕਰ ਲਿਆ। ਹਾਲਾਂਕਿ ਮਾਹਰਾਂ ਨੇ ਇਹ ਗੱਲ ਆਖੀ ਹੈ ਕਿ SMO ਜਿਹੜੇ ਨੇ ਉੱਥੇ ਦੇ ਕਿ ਅਸੀਂ ਹੱਲੇ ਪੱਕੇ ਤੌਰ ਤੇ ਨਹੀਂ ਕਹਿ ਸਕਦੇ ਕਿ ਇਸੇ ਨਾਲ ਹੀ ਇਹਨਾਂ ਦੀ ਮੌਤ ਹੋਈ ਹੈ, ਪਰ ਉਹਨੇ ਕਿਹਾ ਕਿ ਇਹ ਸ਼ੁਰੂਆਤੀ ਲੱਛਣਾਂ ਦੇ ਵਿੱਚ ਲੱਗਦਾ ਇਸੇ ਤਰ੍ਹਾਂ ਹੀ ਹੈ ਕਿ ਇਹ ਇਸ ਨਾਲ ਹੀ ਹੋਈ ਹੋਵੇਗੀ ਤੇ ਇਸ ਦੀ ਜਾਂਚ ਅਜੇ ਜਾਰੀ ਹੈ। ਸੋ ਇਸ ਤਰ੍ਹਾਂ ਦੀ ਇੱਕ ਘਟਨਾਵਾਂ ਨਹੀਂ, ਬਹੁਤ ਸਾਰੀਆਂ ਹੋ ਰਹੀਆਂ ਨੇ। ਤੁਹਾਨੂੰ ਯਾਦ ਹੋਵੇਗਾ ਪਿਛਲੇ ਸਾਲ ਜਦੋਂ ਕੋਵਿਡ ਦੀ ਲਹਿਰ ਆਈ, ਪਹਿਲੀ ਲਹਿਰ, ਤੇ ਪੰਜਾਬ ਦੇ ਵਿੱਚ ਵੀ ਕਈ ਲੋਕ ਟੋਟਕੇ ਦੇਣ ਲੱਗ ਪਏ ਸਨ। ਕਈ ਬੜੇ ਮਸ਼ਹੂਰ ਹੋ ਗਏ ਸੋਸ਼ਲ ਮੀਡੀਆ ਤੇ, ਜਿਹੜੇ ਕਹਿੰਦੇ ਸੀ ਕਿ ਨਿੰਬੂ ਨਿਚੋੜੋ, ਗਰਮ ਪਾਣੀ ਲਾਓ, ਆਹ ਕਰ ਦਿਓ, ਆਹ ਕਰ ਦਿਓ। ਬੇਕਾਰ ਗੱਲਾਂ ਜਿਨ੍ਹਾਂ ਦਾ ਕੋਈ ਸਿਰ ਪੈਰ ਨਹੀਂ, ਉਹ ਕਰਦੇ ਰਹੇ ਨੇ। ਪਰ ਅੱਜ ਵੀ ਅਸੀਂ ਆਪਣੇ ਚੈਨਲ ਦੇ ਜ਼ਰੀਏ ਇਹ ਲੋਕਾਂ ਨੂੰ ਬੇਨਤੀ ਕਰਨਾ ਚਾਹੁੰਦੇ ਹਾਂ, ਜੋ ਸਾਇੰਸਦਾਨਾਂ ਨੇ ਟੀਕੇ ਤਿਆਰ ਕੀਤੇ ਨੇ ਇਹਨਾਂ ਤੇ ਆਪਣਾ ਯਕੀਨ ਬੰਨੋ, ਕੋਈ ਚੁਆਇਸ ਨਹੀਂ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਨੂੰ ਕਿਸੇ ਨੇ ਪੁੱਛਿਆ ਕੁਝ ਮਹੀਨੇ ਪਹਿਲਾਂ ਕਿ ਕਿਹੜੀ ਕੰਪਨੀ ਦਾ ਟੀਕਾ ਲਵਾਉਣਾ ਚਾਹੀਦਾ, ਉਹਨਾਂ ਨੇ ਬੜਾ ਸੋਹਣਾ ਜਵਾਬ ਦਿੱਤਾ। ਉਹ ਕਹਿੰਦੇ ਕਿ ਜਿਹੜਾ ਮਿਲ ਜਾਵੇ ਉਹ ਲਵਾ ਲੈਣਾ ਚਾਹੀਦਾ। ਸੋ ਇਸ ਗੱਲ ਤੋਂ ਪਿੱਛੇ ਨਹੀਂ ਹਟਣਾ ਚਾਹੀਦਾ ਤੇ ਸਾਡੇ ਜਿਹੜੀ ਇਸ ਤਰ੍ਹਾਂ ਦਾ ਸਿਸਟਮ ਚੱਲ ਰਿਹਾ ਉਹ ਮਾੜੀ ਗੱਲ ਹੈ। ਪੰਜਾਬ ਦੇ ਵਿੱਚ ਇੱਕ ਹੋਰ ਹੈ, ਕੱਲ ਭਾਖੜਾ ਨਹਿਰ ਦੇ ਵਿੱਚੋਂ ਮਾਛੀਵਾੜਾ ਸਾਹਿਬ ਦੇ ਲਾਗੇ ਇੱਕ ਨਹਿਰ ਦੇ ਵਿੱਚੋਂ ਵੱਡੀ ਮਾਤਰਾ ਦੇ ਵਿੱਚ ਸ਼ੀਸ਼ੀਆਂ ਜਿਹੜੀਆਂ ਇੱਕ ਦਵਾਈ ਦੀਆਂ ਮਿਲੀਆਂ ਨੇ। ਹੁਣ ਕਈ ਲੋਕ ਉਸ ਨੂੰ ਕਰੋਨਾ ਦੇ ਟੀਕੇ ਕਹੀ ਜਾ ਰਹੇ ਨੇ, ਉਹ ਕਰੋਨਾ ਦੇ ਟੀਕੇ ਨਹੀਂ, ਉਹ ਦਵਾਈ ਜਿਹੜੀ ਹੈ ਕਰੋਨਾ ਦੇ ਇਲਾਜ ਵਾਸਤੇ ਪਿਛਲੇ ਸਾਲ ਤੋਂ ਵਰਤੀ ਜਾ ਰਹੀ ਹੈ। ਹਾਲਾਂਕਿ ਟਰੰਪ ਸਾਹਿਬ ਨੇ ਪਿਛਲੇ ਸਾਲ ਬਿਆਨ ਦੇ ਦਿੱਤਾ ਸੀ, ਪਤਾ ਨਹੀਂ ਉਹਨਾਂ ਨੇ ਕਿੱਥੋਂ MBBS ਦੀ ਡਿਗਰੀ ਕੀਤੀ ਹੋਈ ਹੈ, ਕਿ ਇਹ ਦਵਾਈ ਜਿਹੜੀ ਹੈ ਗੇਮ ਚੇਂਜਰ ਸਾਬਤ ਹੋਵੇਗੀ। ਸ਼ਾਇਦ ਉਹਨਾਂ ਨੂੰ ਕਿਸੇ ਮਾਹਰ ਨੇ ਦੱਸਿਆ ਹੋਵੇ। ਹੁਣ ਉਹ ਗੇਮ ਚੇਂਜਰ ਹੈ ਜਾਂ ਨਹੀਂ, ਪਰ ਉਸ ਦੇ ਨਾਲ ਹੀ ਉਸ ਦੀ ਕੀਮਤ ਕਈ ਗੁਣਾ ਵੱਧ ਗਈ। ਉਸ ਦਾ ਰਾ ਮਟੀਰੀਅਲ ਭਾਰਤ ਕੋਲੋਂ ਮੁੱਕਣ ਦੇ ਬਰਾਬਰ ਆ ਗਿਆ। ਉਸ ਦਾ ਰਾ ਮਟੀਰੀਅਲ ਹੋਰ ਕਈ ਜਗ੍ਹਾ ਤੋਂ ਮੰਗਵਾ ਕੇ ਭਾਰਤ ਨੇ ਫਿਰ ਦਵਾਈਆਂ ਤਿਆਰ ਕਰਕੇ ਦੂਸਰੇ ਮੁਲਕਾਂ ਨੂੰ ਵੀ ਦਿੱਤੀਆਂ। ਸੋ ਇਸ ਗੱਲ ਇਹ ਤਾਂ ਸਾਬਤ ਹੋ ਗਿਆ
ਕਿ ਕਰੋਨਾ ਦੇ ਲਾਗ ਵਾਲੇ ਪੇਸ਼ੈਂਟਸ ਨੂੰ, ਮਰੀਜ਼ਾਂ ਨੂੰ ਇਹ ਦਵਾਈ ਜਿਹੜੀ ਆ ਵੱਧ ਕਾਰਗਰ ਸਾਬਤ ਹੋ ਰਹੀ ਆ, ਕੁਛ ਨਾ ਕੁਛ ਉਹਨਾਂ ਦੀ ਵਾਕਿਆ ਹੀ ਮਦਦ ਹੋ ਰਹੀ ਆ। ਜੀ। ਸੋ ਉਹਦੀਆਂ ਸ਼ੀਸ਼ੀਆਂ ਜਿਹੜੀਆਂ ਨੇ ਨਹਿਰ ਦੇ ਵਿੱਚੋਂ ਮਿਲੀਆਂ ਨੇ ਵੱਡੀ ਮਾਤਰਾ 'ਚ, ਉਹ ਅਧਿਕਾਰੀਆਂ ਨੇ ਜ਼ਬਤ ਕੀਤੀਆਂ ਨੇ, ਲੋਕਾਂ ਨੇ ਰਿਪੋਰਟ ਕੀਤਾ ਕਿ ਆ ਦੇਖੋ ਕੀ ਹੋ ਰਿਹਾ। ਜੀ। ਹੁਣ ਰੈਮਡੇਸਿਵਿਰ ਜਿਹੜੀ ਹੈ ਉਹ ਸਿਰਫ ਦਵਾਈ ਹੈ ਜੋ ਇਲਾਜ ਲਈ ਵਰਤੀ ਜਾਂਦੀ ਹੈ, ਉਹ ਕੋਵਿਡ ਦਾ ਟੀਕਾ ਨਹੀਂ ਹੈ, ਇੰਜੈਕਸ਼ਨ ਨਹੀਂ ਹੈ। ਇਸ ਗੱਲ ਵਿੱਚ ਫਰਕ ਸਮਝਣ ਦੀ ਲੋੜ ਹੈ। ਸੋ ਉਹ ਦਵਾਈ ਜਿਹੜੀ ਆ ਵੱਡੀ ਮਾਤਰਾ 'ਚ ਮਿਲੀ ਆ, ਤੇ ਇਹ ਵੀ ਸ਼ੰਕਾ ਜ਼ਾਹਰ ਕੀਤੀ ਜਾ ਰਹੀ ਕਿ ਹੋ ਸਕਦਾ ਹੈ ਕਿ ਉਹ ਦਵਾਈ ਨਕਲੀ ਹੋਵੇ, ਕਿਉਂਕਿ ਛਾਪਾ ਪੈਣ ਦੇ ਡਰ ਤੋਂ ਕਿਸੇ ਨੇ ਚੁੱਕ ਕੇ ਤੇ ਨਹਿਰ ਦੇ ਵਿੱਚ ਸੁੱਟ ਦਿੱਤੀ ਹੈ। ਹੁਣ ਅਧਿਕਾਰੀ ਉਸਦੇ ਬੈਚ ਨੰਬਰ ਜਿਹੜੇ ਹਨ ਉਹ ਮੇਲ ਕੇ ਤੇ ਫਿਰ ਉਹਨੂੰ ਅੱਗੇ ਭੇਜਣਗੇ ਤੇ ਜਾਂਚ ਵਿੱਚ ਇਹ ਦੱਸਣਗੇ ਕਿ ਅਸਲੀ ਸੀ ਕਿ ਨਕਲੀ ਸੀ। ਜੇ ਅਸਲੀ ਸੀ ਤੇ ਬਹੁਤ ਮਾੜੀ ਗੱਲ ਹੈ ਕਿ ਦਵਾਈ ਵੇਸਟ ਹੋਈ ਹੈ, ਤੇ ਜੇ ਨਕਲੀ ਸੀ ਫਿਰ ਵੀ ਬਹੁਤ ਮਾੜੀ ਗੱਲ ਹੈ ਕਿ ਇਸ ਤਰ੍ਹਾਂ ਨਕਲੀ ਦਵਾਈਆਂ ਪ੍ਰੋਡਿਊਸ ਹੋ ਰਹੀਆਂ। ਤੇ ਚੰਗੀ ਗੱਲ ਇਹੋ ਹੀ ਹੋ ਸਕਦੀ ਹੈ ਕਿ ਇਹਦੇ ਵਿੱਚ ਜਿਹੜਾ ਹੈ ਉਹ ਦਵਾਈ ਜਿਹੜੀ ਨਕਲੀ ਸੀ, ਕਿਸੇ ਦੀ ਜਾਨ ਲੈਣੀ ਸੀ ਉਹਨੇ, ਉਹ ਖਤਮ ਹੋ ਗਈ ਇਸ ਤਰ੍ਹਾਂ। ਜੀ। ਤੇ ਕੁਲਦੀਪ ਜੀ, ਤੁਹਾਡੇ ਕੋਈ ਵੀ ਜਾਣਨਾ ਚਾਹਾਂਗੇ ਕਿ ਜੇਕਰ ਅਮਰੀਕਾ ਟੀਕੇ ਦਾ ਪੇਟੈਂਟ ਖਤਮ ਕਰ ਦਿੰਦਾ ਤੇ ਫਿਰ ਕੀ ਹੋਊਗਾ? ਅਮਰੀਕਾ ਹਾਲਾਂਕਿ ਆਪਣੇ ਤੌਰ ਤੇ ਨਹੀਂ ਕਰ ਸਕਦਾ, ਪਰ ਉੱਥੇ ਦਾ ਜਿਹੜਾ ਰਾਸ਼ਟਰਪਤੀ ਹੈ ਜੋ ਬਾਈਡਨ ਜੀ, ਉਹਨਾਂ ਨੇ ਇੱਕ ਬੜਾ ਵੱਡਾ ਫੈਸਲਾ ਲਿਆ। ਉੱਥੇ ਦੀ ਇੱਕ ਸੰਸਥਾ ਹੈ ਟ੍ਰੇਡ ਰਿਲੇਟਡ ਐਸਪੈਕਟਸ ਆਫ ਇੰਟੈਲੈਕਚੁਅਲ ਪ੍ਰਾਪਰਟੀ ਰਾਈਟਸ, ਜੀ, ਇਸ ਨੂੰ ਸ਼ਾਰਟ ਦੇ ਵਿੱਚ ਟ੍ਰਿਪਸ ਆਖਿਆ ਜਾਂਦਾ। ਇਹ ਟ੍ਰਿਪਸ ਇੱਕ ਅਦਾਰਾ ਹੈ ਜਿਹੜੇ ਜਦੋਂ ਕੋਈ ਪੇਟੈਂਟ ਕਿਸੇ ਚੀਜ਼ ਦਾ ਰਜਿਸਟਰ ਕਰਵਾਉਂਦਾ ਤੇ ਫਿਰ ਸਾਰੀਆਂ ਚੀਜ਼ਾਂ ਦੀ ਦੇਖਭਾਲ ਇਹ ਕਰਦਾ ਕਿ ਕਿਸ ਤਰ੍ਹਾਂ ਕਿਵੇਂ ਕਿਸੇ ਨੇ ਕਿਸ ਚੀਜ਼ ਦਾ ਰਜਿਸਟਰ ਜਿਹੜਾ ਹੈ ਪੇਟੈਂਟ ਹੈ ਰਜਿਸਟਰ ਕਰਵਾਉਣਾ। ਜੀ। ਹੁਣ ਵਪਾਰਕ ਤੇ ਕੋਰਪੋਰੇਟ ਸਟਰਕਚਰ ਹੈ ਜਿਹੜਾ ਦੇਸ਼ਾਂ ਦਾ ਕਿਵੇਂ ਕੰਮ ਕਰਦਾ ਤੇ ਕਿੰਨਾ ਸਟਰੋਂਗ ਹੈ ਦੁਨੀਆ ਦੇ ਵਿੱਚ, ਜਿਹੜਾ ਵਿੱਤੀ ਭਾਈਚਾਰਾ ਹੈ ਕਿਸ ਤਰ੍ਹਾਂ ਕੰਟਰੋਲ ਕਰਦਾ ਹੈ ਸਾਰੀਆਂ ਚੀਜ਼ਾਂ ਨੂੰ, ਇਸ ਗੱਲ ਦੀ ਮੈਂ ਉਦਾਹਰਨ ਤੁਹਾਨੂੰ ਪੇਸ਼ ਕਰਦਾ। ਜੀ। ਜੋ ਬਾਈਡਨ ਨੇ ਆਪਣੀ ਸਰਕਾਰ ਦੇ ਵੱਲੋਂ ਇਹ ਜਿਹੜਾ ਇੱਕ ਪੇਟੈਂਟ ਇਹਨਾਂ ਟੀਕਿਆਂ ਦੇ ਬਾਰੇ, ਜਿਹੜੇ ਟੀਕੇ ਪ੍ਰੋਡਿਊਸ ਕੀਤੇ ਹਨ ਕੰਪਨੀਆਂ ਨੇ ਆਪਣੇ ਜ਼ੋਰ ਨਾਲ ਆਪਣੀ ਖੋਜ ਕਰਕੇ, ਉਹਨਾਂ ਦੇ ਇੱਕ ਟੀਕਿਆਂ ਦੇ ਪੇਟੈਂਟ ਤੋਂ ਕੁਝ ਮਹੀਨੇ ਲਈ ਪਾਬੰਦੀ ਜਿਹੜੀ ਹੈ ਪੇਟੈਂਟ ਨੂੰ ਜਿਹੜਾ ਹੈ ਨਾਰਮਲਾਈਜ਼ ਕਰਨ ਦੀ ਗੱਲ ਕੀਤੀ ਹੈ। ਵੀ ਟੈਂਪਰੇਰੀ ਜਿਹੜਾ ਹੋਲਡ ਉਹ ਜਿਹੜਾ ਸੀ ਉਸਨੇ ਰਿਲੀਜ਼ ਕਰ ਦਿੱਤਾ ਕਿ ਅਸੀਂ ਕੋਈ ਵੀ ਟੀਕਾ ਪ੍ਰੋਡਿਊਸ ਕਰੇ ਦੂਸਰੇ ਮੁਲਕਾਂ ਦੇ ਵਿੱਚ, ਸਾਨੂੰ ਕੋਈ ਜਿਹੜਾ ਕੋਈ ਇਤਰਾਜ਼ ਜਾਂ ਉਜਰ ਨਹੀਂ ਹੋਵੇਗਾ। ਹੁਣ ਇਸ ਗੱਲ ਤੇ ਪਹਿਲਾਂ ਵੀ ਇੱਕ ਵਾਰੀ ਬੇਨਤੀ ਹੋਈ ਸੀ, ਤੇ ਜੇ ਤੁਹਾਨੂੰ ਮੈਂ ਸਵਾਲ ਪੁੱਛਾਂ ਕਿ ਜਦੋਂ ਨਰਿੰਦਰ ਮੋਦੀ ਦੀ ਸਰਕਾਰ ਬਣੀ ਸੀ 2014 ਦੇ ਵਿੱਚ, ਤੇ ਕਿਹੜਾ ਨਾਰਾ ਦਿੱਤਾ ਗਿਆ ਸੀ? ਅਬ ਕੀ ਵਾਰ ਮੋਦੀ ਸਰਕਾਰ। ਤੇ ਮੋਦੀ ਸਾਹਿਬ ਨੇ ਪਿਛਲੇ ਸਾਲ ਟਰੰਪ ਸਾਹਿਬ ਦੇ ਸਾਹਮਣੇ ਕਿਹੜਾ ਨਾਰਾ ਦਿੱਤਾ ਸੀ? ਅਬ ਕੀ ਵਾਰ ਟਰੰਪ ਸਰਕਾਰ। ਤੇ ਟਰੰਪ ਨੂੰ ਆਪਣਾ ਫਰੈਂਡ ਆਖਦੇ ਸਨ, ਤੇ ਡੋਨਲਡ ਟਰੰਪ ਦੇ ਮੋਹਰੇ ਵੀ ਇਹ ਰਿਕੁਐਸਟ ਗਈ ਸੀ ਦਸੰਬਰ ਦੇ ਵਿੱਚ ਕਿ ਇਸ ਤਰ੍ਹਾਂ ਟੀਕਿਆਂ ਦੇ ਜਿਹੜੇ ਪੇਟੈਂਟ ਹਨ ਉਹਨਾਂ ਨੂੰ ਖਤਮ ਕਰ ਦਿਓ ਤਾਂ ਕਿ ਦੁਨੀਆ ਦੇ ਵਿੱਚ ਇਸ ਬਿਮਾਰੀ ਦਾ ਇਲਾਜ ਹੋ ਸਕੇ ਤੇ ਲੋਕਾਂ ਦੀਆਂ ਜਾਨਾਂ ਬਚ ਸਕਣ। ਤੇ ਟਰੰਪ ਸਾਹਿਬ ਨੇ ਸਾਈਨ ਕਰਨ ਤੋਂ ਮਨਾ ਕਰ ਦਿੱਤਾ ਸੀ। ਜੋ ਬਾਈਡਨ ਤੇ ਵੀ ਦਬਾਅ ਪਿਆ, ਉਹਨਾਂ ਨੇ ਇਹ ਗੱਲ ਮੰਨ ਲਈ ਹੈ, ਤੇ ਹੋ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਜਿਹੜੇ ਟੀਕੇ ਹਨ ਦੁਨੀਆ ਭਰ ਦੇ ਵਿੱਚ ਪ੍ਰੋਡਿਊਸ ਹੋਣ, ਤੇ ਗਰੀਬ ਮੁਲਕ ਜਿੱਥੇ ਬਹੁਤ ਜ਼ਿਆਦਾ ਮੌਤਾਂ ਹੋ ਰਹੀਆਂ ਨੇ ਉੱਥੇ ਹੋ ਸਕਦਾ ਹੈ ਕਿ ਇਹ ਟੀਕੇ ਪਹੁੰਚਣੇ ਸ਼ੁਰੂ ਹੋ ਜਾਣ ਤੇ ਭਾਰਤ ਨੂੰ ਵੀ ਹੋਰ ਟੀਕੇ ਮਿਲਣ ਬਾਹਰੋਂ। ਤੇ ਅਮਰੀਕਾ ਦੇ ਬਾਰੇ ਇਹ ਗੱਲ ਹੈ ਕਿ ਅਮਰੀਕਾ ਵਿੱਚ ਉਹਨਾਂ ਕੋਲ ਬਹੁਤ ਸਾਰੀਆਂ ਕੰਪਨੀਆਂ ਦੇ ਦੱਸਿਆ ਜਾ ਰਿਹਾ ਕਿ ਬਹੁਤ ਵੱਡੇ ਭੰਡਾਰ ਜਿਹੜੇ ਹਨ ਟੀਕਿਆਂ ਦੇ ਪਏ ਹੋਏ ਹਨ, ਤੇ ਆਪਣੀ ਜਨਤਾ ਵਾਸਤੇ ਉਹਨਾਂ ਨੇ ਬਹੁਤ ਸਾਰੇ ਟੀਕੇ ਜਿਹੜੇ ਹਨ ਬਚਾ ਕੇ ਰੱਖ ਲਏ ਨੇ। ਸੋ ਵਪਾਰਕ ਮੰਡਲ ਕੀ ਕਹਿ ਰਿਹਾ? ਵਰਲਡ ਟ੍ਰੇਡ ਆਰਗੇਨਾਈਜੇਸ਼ਨ ਜਿਹੜੀ ਹੈ ਉਹ ਬਹੁਤ ਔਖੇ ਹੋਏ ਨੇ ਜੋ ਬਾਈਡਨ ਦੇ ਇਸ ਫੈਸਲੇ ਤੋਂ। ਉਹ ਕਹਿੰਦੇ ਕਿ ਦੇਖੋ ਆਕਸਫੋਰਡ ਹੈ ਜਾਂ ਹੋਰ ਜਿਹੜੀਆਂ ਵਿਸਕੰਸਨ ਯੂਨੀਵਰਸਿਟੀ ਹੈ ਜਾਂ ਜਿੱਥੇ ਵੀ ਖੋਜ ਜਿਹੜੇ ਕਾਰਜ ਹੋਏ ਨੇ ਤੇ ਟੀਕਾ ਵਿਕਸਿਤ ਕੀਤਾ ਗਿਆ, ਤੇ ਦੇਖੋ ਅਸੀਂ ਕਰਦੇ ਰਹੇ ਹਾਂ ਤੇ ਹੁਣ ਇਹਦਾ ਫਾਇਦਾ ਜਿਹੜਾ ਹੈ ਕੋਈ ਹੋਰ ਲੈ ਜਾਵੇਗਾ। ਜਾਂ ਜਿਹੜੇ ਦੂਸਰੇ ਮੁਲਕ ਹਨ ਉਹਨਾਂ ਨੇ ਇਹ ਗੱਲ ਲਫ਼ਜ਼ ਵਰਤਿਆ ਹੈ ਕਿ ਸਾਡੀ ਟੈਕਨੋਲੋਜੀ ਨੂੰ, ਸਾਡੇ ਪੇਟੈਂਟ ਨੂੰ ਚੋਰੀ ਕਰਕੇ, ਸਟੀਲ ਕਰਕੇ ਕੁਝ ਲੋਕ ਜਿਹੜਾ ਹਨ, ਕੁਝ ਦੇਸ਼ ਹਨ ਆਪਣਾ ਬਚਾਅ ਕਰਨਾ ਚਾਹੁੰਦੇ ਨੇ। ਬੜੀ ਸੋਚਣ ਵਾਲੀ ਗੱਲ ਹੈ। ਇੱਕ ਪਾਸੇ ਤੇ ਦੁਨੀਆ ਮਰ ਰਹੀ ਹੈ, ਇੰਨੀਆਂ ਜਾਨਾਂ ਜਾ ਰਹੀਆਂ ਨੇ ਲੱਖਾਂ ਦੀ ਗਿਣਤੀ ਵਿੱਚ, ਤੇ ਉਹਨਾਂ ਨੂੰ ਆਪਣੇ ਫਾਇਦੇ ਦੀ ਪਈ ਹੋਈ ਹੈ। ਪਰ ਜੋ ਬਾਈਡਨ ਨੇ ਹਾਲ ਦੀ ਘੜੀ ਸਟੈਂਡ ਲੈ ਲਿਆ, ਤੇ ਹੋ ਸਕਦਾ ਹੈ ਕਿ ਟੀਕਿਆਂ ਦੀ ਮਾਰਕੀਟ ਆਉਣ ਵਾਲੇ ਦਿਨਾਂ ਦੇ ਵਿੱਚ ਪੂਰਨ ਤੌਰ ਤੇ ਵਿਸ਼ਵ ਭਰ ਦੇ ਵਿੱਚ ਖੁੱਲ੍ਹ ਜਾਵੇ ਤੇ ਥਾਂ ਟੀਕੇ ਵਿਕਸਿਤ ਹੋਣ ਲੱਗ ਪੈਣ, ਜਿਸ ਨਾਲ ਇਹ ਜਿਹੜੀ ਮਨੁੱਖਤਾ ਦਾ ਘਾਣ ਹੋ ਰਿਹਾ ਹੈ ਇਸ ਤੋਂ ਬਚਾਅ ਹੋ ਸਕਦਾ। ਜੀ। ਗੱਲਬਾਤ ਦਾ ਦੌਰ ਇਸੇ ਤਰ੍ਹਾਂ ਜਾਰੀ ਰੱਖਾਂਗੇ, ਪਰ ਹੁਣ ਵੇਲਾ ਹੋ ਗਿਆ ਇੱਕ ਛੋਟੀ ਜਿਹੀ ਬ੍ਰੇਕ ਦਾ। ਜਲਦ ਹਾਜ਼ਰ ਹੁੰਨੇ ਆ। ਪ੍ਰੋਗਰਾਮ ਦੇ ਅਖੀਰਲੇ ਹਿੱਸੇ ਵਿੱਚ ਵਿਚਾਰ ਚਰਚਾ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ। ਕੁਲਦੀਪ ਜੀ, ਜਦੋਂ ਦਾ ਪ੍ਰੋਗਰਾਮ ਸ਼ੁਰੂ ਹੋਇਆ ਅਸੀਂ ਲਗਾਤਾਰ ਕਰੋਨਾ ਦੀਆਂ ਮਾੜੀਆਂ ਖਬਰਾਂ ਆਪਣੇ ਦਰਸ਼ਕਾਂ ਦੇ ਨਾਲ ਸਾਂਝੀਆਂ ਕਰ ਰਹੇ ਹਾਂ। ਇਸ ਦਰਮਿਆਨ ਕੋਈ ਚੰਗੀ ਖਬਰ ਵੀ ਹੈਗੀ ਕਿ ਨਹੀਂ? ਖਬਰਾਂ ਤੇ ਦੋ ਹਨ, ਇੱਕ ਚੰਗੀ ਇੱਕ ਮਾੜੀ। ਦੱਸੋ ਪਹਿਲਾਂ ਕਿਹੜੀ ਸਾਂਝੀ? ਪਹਿਲਾਂ ਚੰਗੀ ਸੁਣਾਓ। ਚੰਗੀ ਇਹ ਹੈ ਕਿ ਡਾਕਟਰ ਗਗਨਦੀਪ ਕੌਰ ਕੰਗ ਇੱਕ ਮਸ਼ਹੂਰ ਵਾਇਰੋਲੋਜਿਸਟ ਹੈ ਜੀ। ਭਾਰਤ ਸਰਕਾਰ ਦੇ ਵਿੱਚ ਉਹ ਅਹੁਦਿਆਂ ਤੇ ਕੰਮ ਕਰ ਚੁੱਕੀ ਹੈ। ਬਹੁਤ ਨਾਮ ਹੈ ਬੀਬੀ ਜੀ ਦਾ, ਪੰਜਾਬਣ ਹੈ। ਔਰ ਉਹਨਾਂ ਨੇ ਕੁਝ ਗੱਲਾਂ ਕੀਤੀਆਂ ਨੇ ਜੀ। ਉਹਨਾਂ ਨੇ ਇੱਕ ਗੱਲ ਤੇ ਇਹ ਕੀਤੀ ਆ ਕਿ ਇਹ ਜਿਹੜੀ ਲਾਗ ਦਾ ਇਸ ਵੇਲੇ ਖਤਰਾ ਭਾਰਤ ਤੇ ਬਣਿਆ ਹੋਇਆ ਇੰਨੇ ਜ਼ੋਰਦਾਰ ਤਰੀਕੇ ਨਾਲ,
ਇਹ 15 ਮਈ ਤੋਂ ਬਾਅਦ ਇਸ ਦਾ ਗ੍ਰਾਫ ਜਾਂ ਸਟੇਬਲ ਹੋ ਜਾਵੇਗਾ ਜਾਂ ਘਟਣਾ ਸ਼ੁਰੂ ਹੋ ਜਾਵੇਗਾ ਜੀ। ਕਿਉਂਕਿ ਹਰਡ ਇਮਿਊਨਿਟੀ ਜਿਹੜੀ ਆ ਬਣਨ ਦੇ ਚਾਂਸ ਨੇ, ਤੇ ਟੀਕੇ ਜਿਹੜੇ ਹਨ ਜੇ ਇੰਨੀ ਤੇਜ਼ੀ ਨਾਲ ਲਗਾਏ ਜਾਣਗੇ ਉਨਾ ਹੀ ਸਾਡੇ ਦੇਸ਼ ਤੇ ਚੰਗਾ ਪ੍ਰਭਾਵ ਪਏਗਾ ਜੀ। ਸੋ ਉਹਨਾਂ ਨੇ ਆਮ ਤੌਰ ਤੇ ਉਹਨਾਂ ਦਾ ਜਿਹੜਾ ਗੱਲਬਾਤ ਕਰਨ ਦਾ ਤਰੀਕਾ ਹੁੰਦਾ ਬੀਬੀ ਜੀ ਦਾ, ਜੀ। ਉਹਨਾਂ ਨੇ ਇਸ ਤਰ੍ਹਾਂ ਦਾ ਬਹੁਤਾ ਕਿੰਤੂ ਪਰੰਤੂ ਸਿਸਟਮ ਤੇ ਨਹੀਂ ਕਦੇ ਕਰਦੇ, ਪਰ ਉਹ ਜੋ ਕਿ ਹੋ ਰਿਹਾ ਉਸ ਦੀ ਗੱਲ ਉਹ ਜ਼ਰੂਰ ਕਰਦੇ ਨੇ। ਜੀ। ਸੋ ਉਹਨਾਂ ਨੇ ਕਿਹਾ ਕਿ ਪਿਛਲੀ ਵਾਰੀ ਵੀ ਅਸੀਂ ਇੱਕ ਗੱਲ ਕੀਤੀ ਸੀ ਕਿ ਇਸ ਦੀ ਸੈਕੰਡ ਵੇਵ ਆਉਣੀ ਹੈ ਤੇ ਉਸ ਦੀ ਤਿਆਰੀ ਅਸੀਂ ਪ੍ਰੋਪਰ ਨਹੀਂ ਕਰ ਸਕੇ, ਮਾੜੀ ਗੱਲ ਹੈ। ਪਰ ਸੈਕੰਡ ਵੇਵ ਹੁਣ ਹੋ ਸਕਦਾ ਹੈ ਕਿ ਪੀਕ ਕਰ ਗਈ ਹੋਵੇ, ਆਪਣੇ ਸਿਖਰ ਤੇ ਪਹੁੰਚ ਗਈ ਹੋਵੇ, ਤੇ ਭਾਰਤ ਵਾਸੀਆਂ ਲਈ ਆਉਣ ਵਾਲੇ ਦਿਨਾਂ 'ਚ ਰਾਹਤ ਵਾਲੀ ਖਬਰ ਹੋ ਸਕਦੀ ਹੈ ਕਿ ਇਸ ਤੋਂ ਥੱਲੇ ਨੂੰ ਗ੍ਰਾਫ ਜਿਹੜਾ ਜਾਣਾ ਸ਼ੁਰੂ ਹੋ ਜਾਵੇ ਆਉਣ ਵਾਲੇ ਦਿਨਾਂ ਵਿੱਚ। ਜਿਵੇਂ ਕਿ ਭਾਰਤ ਨੂੰ ਇਸ ਵੇਲੇ ਬੁਰੀ ਤਰ੍ਹਾਂ ਇਸ ਬਿਮਾਰੀ ਨੇ ਜਕੜਿਆ ਹੋਇਆ, ਆਉਣ ਵਾਲੇ ਦਿਨਾਂ 'ਚ ਘਟ ਸਕਦੀ ਹੈ ਜੀ। ਤੇ ਜਿਹੜੀ ਮਾੜੀ ਖਬਰ ਹੈ ਉਹ ਇਹ ਹੈ ਕਿ ਉਹਨਾਂ ਨੇ ਇਹ ਗੱਲ ਦੱਸੀ ਹੈ ਕਿ ਜਿਵੇਂ ਇਹ ਦੂਸਰੀ ਲਾਗ ਆਈ ਹੈ, ਇਸ ਦੀ ਤੀਸਰੀ ਵੀ ਆਵੇਗੀ। ਹੁਣ ਉਹ ਤੀਸਰੀ ਕਿਸ ਤਰ੍ਹਾਂ ਦੀ ਹੋਵੇਗੀ, ਇਹ ਭਾਰਤ ਸਰਕਾਰ ਨੇ ਆਪ ਸੋਚਣਾ ਹੈ ਜੀ। ਵੈਂਟੀਲੇਟਰ ਜਿਹੜੇ ਮੰਗਾਏ ਗਏ ਸੀ ਪਿਛਲੀ ਲਾਗ ਦੇ ਬਾਰੇ, ਜੋ ਪਹਿਲੀ ਜੀ ਵੇਵ ਆਈ ਸੀ ਕੋਵਿਡ ਦੀ, ਵੈਂਟੀਲੇਟਰਾਂ ਦਾ ਰੌਲਾ ਸੀ ਪਿਛਲੇ ਸਾਲ। ਜਿੰਨਾ ਇਸ ਵੇਲੇ ਆਕਸੀਜਨ ਦਾ, ਉਸ ਤੋਂ ਜ਼ਿਆਦਾ ਵੱਧ ਵੈਂਟੀਲੇਟਰਾਂ ਦਾ ਰੌਲਾ ਸੀ ਕਿ ਵੈਂਟੀਲੇਟਰ ਭਾਰਤ ਵਿੱਚ ਨਹੀਂ, ਇੰਨੀ ਲੋੜ ਨਹੀਂ ਪੈਂਦੀ ਆਮ ਤੌਰ ਤੇ ਹੁਣ ਪੈ ਗਈ ਹੈ ਤੇ ਵੈਂਟੀਲੇਟਰ ਸਾਡੇ ਕੋਲ ਨਹੀਂ। ਪਾਕਿਸਤਾਨ ਵਾਲੇ ਵੀ ਕਹਿੰਦੇ ਸੀ ਕਿ ਸਾਡੇ ਕੋਲ ਵੈਂਟੀਲੇਟਰ ਨਹੀਂ ਹੈ। ਤੇ ਪਰ ਇਸ ਵੇਲੇ ਜੋ ਹਾਲਾਤ ਨੇ ਉਹਨਾਂ ਵਿੱਚ ਭਾਰਤ ਨੂੰ, ਸਰਕਾਰ ਨੂੰ ਵੱਡੀ ਮਦਦ ਲੋਕਾਂ ਨੇ ਵੀ ਕੀਤੀ, ਵਿਦੇਸ਼ਾਂ ਤੋਂ ਵੀ ਆਏ ਤੇ ਬਹੁਤ ਵੈਂਟੀਲੇਟਰ ਆਏ ਜੀ। ਵੈਂਟੀਲੇਟਰਾਂ ਦੀ ਕੀਮਤ ਦੇ ਵਿੱਚ ਵੀ ਫਰਕ ਪੈ ਗਿਆ। ਇੱਕੋ ਕੰਪਨੀ ਦੇ ਵੈਂਟੀਲੇਟਰ, ਇੱਕ ਦੀ ਕੀਮਤ ਹੋਰ ਤੇ ਦੂਸਰੇ ਦੀ ਹੋਰ ਹੈ। ਤੇ ਬਹੁਤ ਹਸਪਤਾਲਾਂ ਦੇ ਵਿੱਚ, ਸੈਂਟਰਾਂ ਦੇ ਵਿੱਚ ਪਏ ਹੋਏ ਵੈਂਟੀਲੇਟਰ ਜਿਹੜੇ ਹਨ ਉਹ ਘਟਾ ਉਹਨਾਂ ਤੇ ਪਿਆ ਹੈ, ਤੇ ਉਹਨਾਂ ਨੂੰ ਆਪਰੇਟ ਕਰਨ ਵਾਲੇ ਆਪਰੇਟਰ ਨਹੀਂ ਹਨ, ਡਾਕਟਰਾਂ ਨੂੰ ਜਾਂ ਨਰਸਾਂ ਨੂੰ ਉਸ ਦੀ ਪੂਰੀ ਟ੍ਰੇਨਿੰਗ ਨਹੀਂ ਹੈ। ਤੇ ਕਈ ਜਗ੍ਹਾ ਤੇ ਇਹ ਵੀ ਦੱਸਿਆ ਗਿਆ ਕਿ ਉਹਨਾਂ ਨੂੰ ਔਨ ਕਰਨ ਵਾਲੇ ਜਿਹੜੇ ਬਿਜਲੀ ਦੇ ਅਡੈਪਟਰ ਹੁੰਦੇ ਨੇ ਉਹ ਵੀ ਉਹਨਾਂ ਨਾਲ ਨਹੀਂ ਕੰਮ ਕਰ ਰਹੇ। ਸੋ ਵੈਂਟੀਲੇਟਰ ਆ ਗਏ, ਸਾਂਭੇ ਨਹੀਂ ਗਏ, ਕਰੋਨਾ ਤੇ ਅਸੀਂ ਖਤਮ ਕਰ ਲਿਆ। ਇਹ ਬੇਪਰਵਾਹੀ, ਲਾਪਰਵਾਹੀ ਤੇ ਬਦ ਇੰਤਜ਼ਾਮੀ ਜਿਹੜੀ ਕੀਤੀ ਗਈ ਪਹਿਲੀ ਵੇਵ ਤੋਂ ਬਾਅਦ, ਉਸਨੇ ਸਾਨੂੰ ਦੂਸਰੀ ਦੇ ਇਸ ਤਰ੍ਹਾਂ ਦੇ ਭਿਆਨਕ ਕੰਡੇ ਤੇ ਲਿਆ ਕੇ ਖੜਾ ਕਰ ਦਿੱਤਾ ਹੈ। ਸੋ ਬੀਬੀ ਕੰਗ ਦੀ ਗੱਲ ਅਗਰ ਮੰਨ ਲਈ ਜਾਵੇ ਤੇ ਇਹ ਵੇਵ ਆਫ ਜਿਹੜੀ ਹੈ ਹੋ ਜਾਵੇਗੀ, ਪਰ ਤੀਸਰੀ ਲਾਗ ਆਵੇਗੀ। ਹੁਣ ਯੂਨੀਸੈਫ ਨੇ ਵੀ ਚਿੰਤਾ ਪ੍ਰਗਟ ਕੀਤੀ ਹੈ। ਯੂਨਾਈਟਿਡ ਨੇਸ਼ਨ ਦੀ ਬੱਚਿਆਂ ਵਾਸਤੇ ਸੰਸਥਾ ਹੈ, ਤੇ ਹੋਰ ਦੁਨੀਆ ਦੇ ਕਈ ਸੰਸਥਾਵਾਂ ਨੇ, ਕਮਲਾ ਹੈਰਿਸ ਵੀ ਬੋਲੀ ਹੈ, ਕਈ ਦੇਸ਼ਾਂ ਦੇ ਆਗੂ ਬੋਲੇ ਨੇ। ਉਹਨਾਂ ਸਾਰਿਆਂ ਨੇ ਗੱਲ ਕੀਤੀ ਹੈ ਕਿ ਇਸ ਔਖੇ ਸਮੇਂ 'ਚ ਭਾਰਤ ਦੀ ਮਦਦ ਨਾ ਕੀਤੀ ਗਈ ਤਾਂ ਹਾਲਾਤ ਹੋਰ ਜ਼ਿਆਦਾ ਵਿਗੜ ਸਕਦੇ ਨੇ। ਪਰ ਬੀਬੀ ਕੰਗ ਜੀ ਜੋ ਕਹਿ ਰਹੇ ਨੇ, ਜੇ ਉਹਨਾਂ ਦੀ ਗੱਲ ਤੇ ਯਕੀਨ ਕਰ ਲਿਆ ਜਾਵੇ ਤਾਂ ਰਾਹਤ ਵਾਲੀ ਖਬਰ ਹੋ ਸਕਦੀ ਹੈ ਕਿ ਇਹ ਜਿਹੜੀ ਦੂਸਰੀ ਵੇਵ ਹੈ ਇਹ ਥੋੜੇ ਦਿਨਾਂ ਵਿੱਚ ਘੱਟ ਹੋ ਜਾਵੇ। ਪਰ ਸਾਡੇ ਅਜੇ ਵੀ ਕੁਝ ਲੋਕ ਇਹ ਕਹਿ ਰਹੇ ਨੇ ਕਿ ਪੋਲਿਟਿਕਸ ਹੈ, ਰਾਜਨੀਤੀ ਹੈ, ਇਹ ਕੁਝ ਨਹੀਂ ਹੈ। ਇਹ ਗੱਲ ਕਰਨ ਤੋਂ ਗੁਰੇਜ਼ ਕੀਤਾ ਜਾਵੇ, ਬਚਾਅ ਕਰਨ ਦਾ ਸੋਚਿਆ ਜਾਵੇ। ਇਹ ਚੰਗੀ ਖਬਰ ਹੈ, ਪਰ ਨਾਲ ਮਾੜੀ ਹੈ ਕਿ ਤੀਸਰੀ ਵੇਵ ਵੀ ਆਵੇਗੀ, ਤੇ ਉਸ ਲਈ ਅਸੀਂ ਆਪਣੇ ਆਪ ਨੂੰ ਕਿਵੇਂ ਤਿਆਰ ਕਰ ਸਕਦੇ ਹਾਂ, ਅਸੀਂ ਦੇਖਣਾ ਹੈ। ਜੀ। ਤੇ ਅਦਾਲਤਾਂ ਵੀ ਲਗਾਤਾਰ ਸਰਕਾਰਾਂ ਨੂੰ ਝਾੜ ਝੰਬ ਲਗਾ ਰਹੀਆਂ ਨੇ, ਤੇ ਹੁਣ ਭਲਾ ਕੀ ਵਾਪਰਿਆ ਨਵਾਂ? ਹੁਣ ਸੁਪਰੀਮ ਕੋਰਟ ਨੇ ਆਖਿਆ ਕਿ ਦਿੱਲੀ ਵਾਸਤੇ 700 ਟਨ ਭਾਵ ਕਿ 7000 ਕੁਇੰਟਲ ਆਕਸੀਜਨ ਜਿਹੜੀ ਹੈ ਉਹ ਦਿੱਲੀ ਵਾਸਤੇ ਰੋਜ਼ ਮੁਹੱਈਆ ਹੋਣੀ ਚਾਹੀਦੀ ਹੈ, ਇੰਨੀ ਜ਼ਿਆਦਾ ਲੋੜ ਹੈ ਜੀ। ਹੁਣ ਆਮ ਆਦਮੀ ਪਾਰਟੀ ਤੇ ਉਹਨਾਂ ਦੇ ਆਗੂ ਜਿਹੜੇ ਨੇ ਇਸ ਨੂੰ ਹੋਰ ਤਰੀਕੇ ਨਾਲ ਉਹ ਪੇਸ਼ ਕਰ ਰਹੇ ਨੇ ਲੋਕਾਂ ਸਾਹਮਣੇ। ਅਦਾਲਤ ਨੇ ਗੱਲ ਆਖੀ ਹੈ। ਹੁਣ ਅਦਾਲਤ ਦੀ ਪ੍ਰੋਗਰਾਮ ਰਿਕਾਰਡ ਖੋਲਣ ਵੇਲੇ ਤੱਕ ਇਹ ਜਿਹੜੀ ਪੂਰਾ ਜਿਹੜਾ ਹੁਕਮ ਹੈ ਉਹ ਮੈਂ ਪੜ੍ਹਿਆ ਨਹੀਂ, ਅਜੇ ਤੱਕ ਨਹੀਂ ਆਇਆ ਸੀ। ਪਰ ਆਮ ਆਦਮੀ ਪਾਰਟੀ ਵਾਲੇ ਇਹ ਕਹਿ ਰਹੇ ਨੇ ਕਿ ਪਿਛਲੇ ਕਈ ਦਿਨਾਂ ਤੋਂ ਅਰਵਿੰਦ ਕੇਜਰੀਵਾਲ ਤੇ ਉਹਨਾਂ ਦੀ ਪਾਰਟੀ ਦੇ ਹੋਰ ਮੰਤਰੀ ਕੇਂਦਰ ਸਰਕਾਰ ਤੋਂ ਮੰਗ ਕਰ ਰਹੇ ਸੀ ਆਕਸੀਜਨ ਦੀ, ਤੇ ਪਿਛਲੇ 20 ਦਿਨਾਂ ਤੋਂ ਉਹਨਾਂ ਦੀ ਗੱਲ ਬਿਲਕੁਲ ਵੀ ਸੁਣੀ ਨਹੀਂ ਗਈ। ਸੋ ਉਹ ਗੱਲ ਨਹੀਂ ਸੁਣੀ ਗਈ, ਤੇ ਹੁਣ ਅਦਾਲਤ ਨੇ ਇਹ ਕਿਹਾ ਕਿ ਇਹਨਾਂ ਦੀ ਗੱਲ ਸੁਣੀ ਜਾਵੇ ਤੇ ਇਹਨਾਂ ਨੂੰ 700 ਟਨ ਜਿਹੜੀ ਆਕਸੀਜਨ ਹੈ ਰੋਜ਼ ਦਿੱਤੀ ਜਾਵੇ। ਪਿਛਲੇ ਦਿਨਾਂ ਦੇ ਵਿੱਚ, ਮੈਂ ਪਿੱਛੇ ਨਾ ਬਹੁਤਾ ਜਾਵਾਂ, ਅਦਾਲਤਾਂ ਨੇ ਜਿੰਨੀ ਝਾੜ ਸਰਕਾਰ ਨੂੰ ਪਾਈ ਹੈ ਤੁਸੀਂ ਸਾਰੀ ਸੁਣੀ ਹੋਵੇਗੀ, ਖਬਰਾਂ ਦੇ ਵਿੱਚ ਵੀ ਆਉਂਦਾ ਰਿਹਾ, ਸਾਰਿਆਂ ਨੇ ਸੁਣਿਆ ਵੇਖਿਆ। ਹੋਰ ਕਈ ਜਗ੍ਹਾ ਤੇ ਵੀ ਅਦਾਲਤਾਂ ਨੇ, ਇੱਕ ਜਗ੍ਹਾ ਤੇ ਅਦਾਲਤ ਨੇ ਇਹ ਗੱਲ ਆਖੀ ਕਿ ਭਾਰਤੀਆਂ ਦੀ ਨੈਤਿਕਤਾ ਦਾ ਪਤਨ ਹੋ ਚੁੱਕਾ ਹੈ। ਅਦਾਲਤ ਉਸ ਗੱਲ ਤੇ ਕਿੰਤੂ ਪ੍ਰੰਤੂ ਕਰ ਰਹੀ ਸੀ ਜਿੱਥੇ ਗੱਲ ਸਾਹਮਣੇ ਆਈ ਸੀ ਕਿ ਨਕਲੀ ਦਵਾਈਆਂ ਦਾ ਬਾਜ਼ਾਰ ਗਰਮ ਹੈ ਤੇ ਬਾਜ਼ਾਰਾਂ ਦੇ ਜਿਹੜੀ ਦਵਾਈਆਂ ਦੀ ਕਾਲਾ ਬਾਜ਼ਾਰੀ ਹੋ ਰਹੀ ਹੈ, ਉਹਨਾਂ ਦੀ ਬਲੈਕ ਮਾਰਕੀਟਿੰਗ ਹੋ ਰਹੀ ਹੈ। ਸੋ ਅਦਾਲਤ ਨੇ ਠੋਕਿਆ ਸਾਰਿਆਂ ਨੂੰ। ਪਰ ਇੱਥੇ ਇੱਕ ਦੋ ਗੱਲਾਂ ਹੋਰ ਵੀ ਨੇ। ਇਸ ਵੇਲੇ ਥਾਂ ਤੇ ਪਟੀਸ਼ਨਾਂ ਪੈ ਰਹੀਆਂ ਨੇ ਕਿ ਪੰਜਾਬ ਹਰਿਆਣਾ ਹਾਈ ਕੋਰਟ ਹੈ, ਕੀ ਸੁਪਰੀਮ ਕੋਰਟ ਹੈ, ਕੀ ਹੋਰ ਤਰ੍ਹਾਂ ਸੂਬਿਆਂ ਦੇ ਵਿੱਚ ਕਈਆਂ ਤੇ ਕੇਸ ਦਰਜ ਹੋ ਰਹੇ ਨੇ, ਫਲਾਣੇ ਨੇ ਆਹ। ਇਸ ਵੇਲੇ ਪਟੀਸ਼ਨਾਂ ਪਾਉਣ ਦਾ ਇੱਕ ਰਿਵਾਜ ਜਿਹੜਾ ਬਣਿਆ ਹੋਇਆ, ਮੈਂ ਪਟੀਸ਼ਨਾਂ ਪਾਉਣ ਵਾਲਿਆਂ ਨੂੰ ਬੇਨਤੀ ਕਰਾਂਗਾ, ਇੱਥੇ ਵੀ ਰਾਜਨੀਤੀ ਹੋ ਰਹੀ ਹੈ। ਪੰਜਾਬ ਸਰਕਾਰ ਨੇ ਵੀ ਕਹਿ ਦਿੱਤਾ ਕਿ ਸਾਡੇ ਕੋਲ 18 ਤੋਂ 45 ਉਮਰ ਵਰਗ ਲਈ ਸਾਡੇ ਕੋਲ ਇੱਕ ਵੀ ਟੀਕਾ ਨਹੀਂ, ਮੈਂ ਪਹਿਲਾਂ ਦੱਸਿਆ ਪ੍ਰੋਗਰਾਮ। ਸੋ ਗੱਲ ਠੀਕ ਹੈ, ਉਹਨਾਂ ਨੇ ਕਹਿ ਦਿੱਤਾ, ਆਪਣਾ ਪੱਖ ਸਪਸ਼ਟ ਕਰ ਦਿੱਤਾ, ਇਹਨਾਂ ਜ਼ਿੰਮੇਵਾਰੀ ਖਤਮ ਨਹੀਂ ਹੋ ਜਾਂਦੀ। ਸਰਕਾਰ ਕੋਲ ਤਾਕਤ ਹੈ, ਜੇ ਰੱਖੀ ਹੋਈ ਹੈ ਕੀਮਤ ਭਾਰਤ ਬਾਇਓਟੈਕ ਨੇ ਜਾਂ ਸੀਰਮ ਇੰਸਟੀਚਿਊਟ ਨੇ, ਤੇ ਤੁਸੀਂ ਮੰਗਵਾ ਲਓ। ਤੇ ਹੁਣ ਜੇ ਬਾਹਰਲੀ ਮਾਰਕੀਟ ਖੁੱਲ ਗਈ ਹੈ
ਤੇ ਸਰਕਾਰਾਂ ਦੇ ਕੰਮ ਹੁੰਦੇ ਨੇ, ਜੀ। ਦਿਓ ਗੱਫਾ ਦੇ ਬਾਹਰੋਂ ਮੰਗਵਾ ਲਓ। ਉੱਥੇ ਉਹ 'ਚ ਕਿਹੜੀ ਗੱਲ ਹੈ, ਕਿਉਂਕਿ ਸਰਕਾਰ ਕੀ ਨਹੀਂ ਕਰ ਸਕਦੀ। ਸੋ ਦੂਸਰੇ ਤੇ ਉਂਗਲੀ ਕਰਨ ਨਾਲੋਂ ਜਿਹੜਾ ਆਪ ਜਿਹੜਾ ਇਸ ਵੇਲੇ ਕੰਮ ਕੀਤਾ ਜਾਵੇ ਤੇ ਉਹ ਜ਼ਿਆਦਾ ਬਿਹਤਰ ਹੋਵੇਗਾ। ਇਸ ਵੇਲੇ ਪਟੀਸ਼ਨਾਂ ਦਾ ਦੌਰ ਹੈ, ਇੱਕ ਤੋਂ ਬਾਅਦ ਇੱਕ, ਦੂਸਰੀ, ਤੀਸਰੀ, ਚੌਥੀ, ਪੰਜਵੀਂ, ਰੋਜ਼ਾਨਾ ਭਾਰਤ ਦੇ ਵਿੱਚ 20 ਪਟੀਸ਼ਨਾਂ ਦੀ ਸੁਣਵਾਈ ਜਿਹੜੀ ਹੈ ਅਦਾਲਤਾਂ ਦੇ ਵਿੱਚ ਇਸ ਮੌਕੇ ਤੇ ਹੋ ਰਹੀ ਹੈ ਤੇ ਅਦਾਲਤਾਂ ਵੱਲੋਂ ਵੀ ਬੜੇ ਜ਼ੋਰਦਾਰ ਤਰੀਕੇ ਨਾਲ ਖਿਚਾਈ ਜਿਹੜੀ ਹੈ ਕੀਤੀ ਜਾ ਰਹੀ ਹੈ। ਪਰ ਇੱਥੇ ਨਾਲ ਦੀ ਨਾਲ ਅਦਾਲਤਾਂ ਵੱਲੋਂ ਜਿਹੜੀ ਖਿਚਾਈ ਸਰਕਾਰਾਂ ਦੀ ਕੀਤੀ ਗਈ ਆ ਇਹਨਾਂ ਗੱਲਾਂ ਨੂੰ ਲੈ ਕੇ ਕਿ ਤੁਸੀਂ ਚੋਣਾਂ ਦੇ ਵਿੱਚ ਰੈਲੀਆਂ ਦੀ ਕਿਉਂ ਇਜਾਜ਼ਤ ਦਿੱਤੀ ਜਾਂ ਇਲੈਕਸ਼ਨ ਕਮਿਸ਼ਨ ਦੀ ਖਿਚਾਈ ਕੀਤੀ ਹੈ ਤੇ ਯੂਪੀ ਦੇ ਵਿੱਚ ਇਸ ਵੇਲੇ ਪੰਚਾਇਤ ਦੀਆਂ ਚੋਣਾਂ ਹੋ ਰਹੀਆਂ ਨੇ ਤੇ ਕਰੋਨਾ ਦੇ ਹਾਲਾਤ ਉੱਥੇ ਵੀ ਬਹੁਤ ਮਾੜੇ ਦੱਸੇ ਜਾਂਦੇ ਨੇ। ਇੱਥੋਂ ਤੱਕ ਕਿ ਇੱਕ ਅਧਿਕਾਰੀ ਇੱਕ ਜਗ੍ਹਾ ਤੇ ਜਿਹੜੇ ਸਨ ਚੋਣ ਅਮਲੇ ਦੇ, ਉਹਨਾਂ ਨੂੰ ਵੀ ਬਹੁਤ ਜ਼ਿਆਦਾ ਜਿਹੜੇ ਕਰੋਨਾ ਦੇ ਪੇਸ਼ੈਂਟ ਉਹਨਾਂ ਵਿੱਚੋਂ ਪਾਏ ਗਏ ਔਰ ਅੰਕੜੇ ਉੱਥੋਂ ਵੀ ਸਾਫ਼ ਨਿਕਲ ਕੇ ਸਾਹਮਣੇ ਨਹੀਂ ਆ ਰਹੇ। ਤੇ ਕੁਲਦੀਪ ਜੀ, ਪਿਛਲੇ ਬੜੇ ਦਿਨਾਂ ਤੋਂ ਖਬਰਾਂ ਆ ਰਹੀਆਂ ਨੇ, ਕਦੇ ਕਿਸੇ ਅਦਾਕਾਰ ਨੇ ਕਰੋਨਾ ਦੇ ਨਿਯਮ ਤੋੜਤੇ, ਕਦੇ ਕਿਸੇ ਕਲਾਕਾਰ ਨੇ, ਕੀ ਇਹਨਾਂ ਦੀ ਕੋਈ ਜ਼ਿੰਮੇਵਾਰੀ ਨਹੀਂ ਬਣਦੀ? ਜ਼ਿੰਮੇਵਾਰੀ ਅਦਾਕਾਰਾਂ ਦੀ ਤੇ ਕਲਾਕਾਰਾਂ ਦੀ ਤੇ ਬਹੁਤ ਹੁੰਦੀ ਹੈ, ਜ਼ਿੰਮੇਵਾਰੀ ਤੋਂ ਮੁਨਕਰ ਨੇ ਬੇਸਿਕਲੀ ਇਸ ਬਾਰੇ। ਔਰ ਬੜੇ ਬੜੇ ਸੀਨੀਅਰ ਆਰਟਿਸਟ ਕਈ ਔਰ ਉਹ ਉਹਨਾਂ ਦੇ ਬਾਰੇ ਗੱਲਾਂ ਜਿਹੜੀਆਂ ਸਾਹਮਣੇ ਆ ਰਹੀਆਂ ਨੇ। ਉਪਾਸਨਾ ਸਿੰਘ ਹੈ, ਜਿਮੀ ਸ਼ੇਰਗਿੱਲ ਹੈ, ਸੁਗੰਧਾ ਮਿਸ਼ਰਾ ਹੈ, ਗਿੱਪੀ ਗਰੇਵਾਲ। ਭਾਈ ਠੀਕ ਹੈ, ਹਰ ਇੱਕ ਤੇ ਸਮਾਂ ਆਉਂਦਾ ਹੈ, ਪਰ ਇਸ ਵੇਲੇ ਹਾਲਾਤ ਤਾਂ ਦੇਖੋ ਕੀ ਬਣੇ ਹੋਏ ਨੇ। ਇੱਕ ਰੇਹੜੀ ਵਾਲਾ, ਇੱਕ ਸਕੂਲ ਬੱਸ ਵਾਲਾ ਜਿਹਨੇ ਕਿਸ਼ਤਾਂ ਤੇ ਬੱਸ ਲੈ ਕੇ ਜਿਹੜੀ ਸਕੂਲ ਦੇ ਨਾਲ ਲਾਈ ਹੋਈ ਹੈ, ਉਹ 1.5 ਸਾਲ ਤੋਂ ਘਰ ਬੈਠਾ ਹੋਇਆ, ਉਸਦਾ ਰੋਜ਼ਗਾਰ ਖੁੱਸ ਚੁੱਕਾ ਹੈ। ਜਿਹੜੇ ਵਿਚਾਰੇ ਰੋਜ਼ ਘੁੰਮ ਕੇ ਕੰਮ ਕਰਦੇ ਸੀ, ਇਲੈਕਟ੍ਰੋਨਿਕਸ ਦਾ, ਰਿਪੇਅਰ ਦਾ, ਹੋਰ ਸਾਰਿਆਂ ਦੇ ਕਾਰੋਬਾਰ ਬੰਦ ਠੱਪ ਹੋ ਚੁੱਕੇ ਨੇ, ਕੰਮ ਕੋਈ ਹੈ ਨਹੀਂ। ਖੇਤ ਮਜ਼ਦੂਰ ਜਿਹੜੇ ਨੇ ਬਹੁਤ ਔਖਾ ਸਮਾਂ ਵੇਖ ਰਹੇ ਨੇ। ਜਿਹੜੇ ਲੋਕ ਲੋਕਡਾਊਨ ਦੇ ਵਿੱਚ ਪੰਜਾਬ ਤੋਂ ਭੱਜੇ ਸਨ ਪਿਛਲੇ ਸਾਲ, ਬਿਹਾਰ ਤੇ ਯੂਪੀ ਵਾਲੇ, ਉਹ ਦੁੱਗਣੀ ਗਿਣਤੀ ਨਾਲ ਵਾਪਸ ਆ ਗਏ ਤੇ ਹੁਣ ਫੇਰ ਵਿੱਚੋਂ ਕੁਝ ਭੱਜ ਰਹੇ ਨੇ। ਉਹ ਵਿਚਾਰਿਆਂ ਦੇ ਕੀ ਹਾਲਾਤ ਹੋਣਗੇ? ਪੰਜਾਬ ਦੇ ਵਿੱਚ ਆ ਕੇ ਕੁੱਲੀਆਂ 'ਚ ਰਹਿੰਦੇ ਨੇ ਤੇ ਉੱਥੇ ਕੀ ਹੋਵੇਗਾ ਜਿੱਥੋਂ ਆਉਂਦੇ ਨੇ? ਇਹ ਹਾਲਾਤਾਂ ਨੂੰ ਸੋਚਦੇ ਹੋਏ ਇਹ ਜਿੰਨੇ ਕਲਾਕਾਰ ਅਦਾਕਾਰ ਭਾਈ ਨੇ, ਜੇ ਤਾਂ ਵਾਕਿਆ ਕੋਈ ਸਮਾਜ ਸੇਵਾ ਦਾ ਕੰਮ ਕਰਨਾ ਹੈ ਤੇ ਫਿਰ ਕੋਈ ਮੈਸੇਜ ਜਿਹੜਾ ਘਰੋਂ ਬੈਠ ਕੇ ਦੇਣ ਜਾਂ ਆਪਣਾ ਜਿੱਥੇ ਉਹਨਾਂ ਦਾ ਖੇਤਰ ਹੈ, ਅਧਿਕਾਰ ਖੇਤਰ ਹੈ, ਇੱਥੇ ਪਰਿਵਾਰ ਹੈ, ਉੱਥੇ ਬੈਠ ਕੇ ਕੋਈ ਗੱਲ ਕਰਨ। ਉਹ ਭਾਈ ਸ਼ੂਟਿੰਗਾਂ ਬਾਅਦ ਵਿੱਚ ਕਰ ਲਿਓ ਤੇ ਵਿਆਹ ਵੀ ਬਾਅਦ ਵਿੱਚ ਕਰ ਲਿਓ। ਵਿਆਹ ਹੀ ਕਰਨੇ ਨੇ ਤੇ ਇਕੱਠ ਤਾਂ ਨਾ ਕਰੋ, ਘੱਟੋ ਘੱਟ ਨਿਯਮਾਂ ਦੀ ਪਾਲਣਾ ਤਾਂ ਕਰੋ। ਕਿਉਂ ਸਮਾਜ ਤੋਂ ਉੱਪਰ ਸਮਝਦੇ ਹੋ ਆਪਣੇ ਆਪ ਨੂੰ? ਸੋ ਇਹ ਜਿਹੜਾ ਇਸੇ ਗੱਲ ਦਾ ਹੀ ਮੈਂ ਸਮਝਦਾ ਨਤੀਜਾ ਹੈ ਕਿ ਇਹ ਸਾਰੇ ਲੋਕ ਜਿਹੜੇ ਹਨ ਕਿਤੇ ਨਾ ਕਿਤੇ ਆ ਕੇ ਆਪਣੇ ਆਪ ਨੂੰ ਉੱਪਰ ਸਮਝਦੇ ਨੇ ਸਮਾਜ ਤੋਂ ਤੇ ਫਿਰ ਉਹ ਨਿਯਮਾਂ ਨੂੰ ਭੁੱਲ ਜਾਂਦੇ ਨੇ, ਕਹਿੰਦੇ ਨੇ ਕੋਈ ਗੱਲ ਨਹੀਂ, ਅਸੀਂ ਕਰ ਹੀ ਲੈਣਾ, ਕਿਸੇ ਨੂੰ ਫੋਨ ਕਰਵਾ ਕੇ ਜਾਨ ਛੁੱਟ ਜਾਏਗੀ। ਪਰ ਇਹ ਗੱਲਾਂ ਮਾੜੀਆਂ ਨੇ। ਜੀ ਕੁਲਦੀਪ ਜੀ, ਜਾਂਦੇ ਜਾਂਦੇ ਕਿਸਾਨੀ ਦੀ ਗੱਲ ਵੀ ਕਰ ਲਈਏ। ਕਣਕ ਦੀ ਖਰੀਦ ਦਾ ਕੰਮ ਨੇਪਰੇ ਚੜ ਗਿਆ? ਕਣਕ ਦੀ ਖਰੀਦ ਦਾ ਕੰਮ ਨੇਪਰੇ ਹੋ ਸਕਦਾ ਹੈ ਕਿ ਪੰਜਾਬ ਦੇ ਕੁਝ ਹਿੱਸਿਆਂ ਵਿੱਚ ਮੁਕੰਮਲ ਹੋ ਗਿਆ ਹੋਵੇ, ਪਰ ਅਜੇ ਤੱਕ ਸਿਰੇ ਨਹੀਂ ਚੜਿਆ। ਜੇ ਅਸੀਂ ਉਧਰੋਂ ਗੱਲ ਕਰ ਰਹੀਏ ਮੰਡੀ ਡੱਬ ਵਾਲੀ ਤੋਂ ਲੈ ਕੇ ਜਿੱਥੋਂ ਪੰਜਾਬ ਦੀ ਹੱਦ ਹਰਿਆਣੇ ਨਾਲੋਂ ਸ਼ੁਰੂ ਹੁੰਦੀ ਹੈ ਤੇ ਪਠਾਨਕੋਟ ਤੱਕ ਜਿੱਥੇ ਜੰਮੂ ਕਸ਼ਮੀਰ ਨਾਲ ਜਾ ਕੇ ਲੱਗਦੀ ਹੈ, ਤੇ ਇਹ ਜਿਹੜਾ ਉੱਤਰ ਵੱਲ ਦਾ ਪਾਸਾ ਹੈ, ਖਾਸ ਤੌਰ ਤੇ ਉੱਤਰ ਪੂਰਬ ਵਾਲਾ ਪਾਸਾ ਹੈ, ਇੱਥੇ ਜਿਹੜੇ ਫਸਲਾਂ ਦੀ ਸਾਂਭ ਸੰਭਾਲ ਦਾ ਕੰਮ ਚੱਲ ਰਿਹਾ। ਮੰਡੀਆਂ ਵਿੱਚ ਅੰਬਾਰ ਲੱਗੇ ਹੋਏ ਨੇ ਤੇ ਬਾਰਦਾਨੇ ਦੀ ਕਿੱਲਤ ਨੇ ਧੂਆਂ ਕੱਢ ਦਿੱਤਾ ਹੈ, ਆੜਤੀਆਂ ਦਾ ਵੀ, ਕਿਸਾਨਾਂ ਦਾ ਵੀ। ਕੀ ਕੀਤਾ ਜਾ ਰਿਹਾ? ਜਿਹੜਾ ਨਿਕੰਮਾ ਬਾਰਦਾਨਾ ਹੈ ਉਹਨਾਂ ਦੇ ਵਿੱਚ ਕਣਕ ਭਰੀ ਜਾ ਰਹੀ ਹੈ ਇਸ ਵੇਲੇ। ਉਹ ਜਿਹੜੇ ਚੰਗੇ ਸਮਰੱਥ ਆੜਤੀਏ ਨੇ ਉਹ ਆਪਣੇ ਤੌਰ ਤੇ ਬਾਰਦਾਨਾ ਜਮ੍ਹਾਂ ਕਰਕੇ ਜਾਂ ਕਿਸੇ ਹੋਰ ਪਾਸਿਓਂ ਲੈ ਕੇ ਖੱਜਲ ਖੁਆਰ ਹੋ ਕੇ ਉਸ ਦੇ ਵਿੱਚ ਕਣਕ ਭਰ ਕੇ ਉਹਨੂੰ ਦੁਬਾਰਾ ਢੇਰੀ ਕਰ ਰਹੇ ਨੇ ਤੇ ਜਦੋਂ ਸਰਕਾਰੀ ਬਾਰਦਾਨਾ ਆਵੇਗਾ ਉਸ ਨੂੰ ਦੁਬਾਰਾ ਭਰਨ ਦਾ ਯਤਨ ਉਸ ਵਿੱਚ ਕੀਤਾ ਜਾਵੇਗਾ। ਤੇ ਵਿੱਚ ਮੌਸਮ ਵੀ ਖਰਾਬ ਹੁੰਦਾ ਹੈ, ਕਣਕ ਦੀ ਕੁਆਲਿਟੀ ਕੀ ਰਹੇਗੀ ਜਿਸ ਤੇ ਬਾਰਿਸ਼ ਹੋ ਜਾਂਦੀ ਹੈ। ਇਹ ਸਾਰੀਆਂ ਗੱਲਾਂ ਨੇ, ਪਰ ਇਸ ਵੇਲੇ ਹਾਲਾਤ ਕਿਸਾਨੀ ਦੇ ਮਾੜੇ ਨੇ। DAP ਖਾਦ ਦੀ ਜਿਹੜੀ ਕੀਮਤ ਆ ਉਸ ਬਾਰੇ ਬੜਾ ਰੌਲਾ ਪਿਆ ਹੋਇਆ ਹੈ ਕਿ ਜੋ ਪਿਛਲੇ ਕਈ ਸਾਲਾਂ ਤੋਂ 1000-1100 ਦੇ ਆਸ-ਪਾਸ ਸੀ, ਉਹ ਹੁਣ 1800 ਤੋਂ 1900 ਜਾਂ 2000 ਦੇ ਆਸ-ਪਾਸ ਕਿਸਾਨਾਂ ਨੂੰ ਮਿਲੇਗੀ। ਡੀਜ਼ਲ ਦੀਆਂ ਕੀਮਤਾਂ ਵਿੱਚ ਰੋਜ਼ਾਨਾ ਵਾਧਾ ਹੋ ਰਿਹਾ, ਪਿਛਲੇ ਕਈ ਦਿਨਾਂ ਤੋਂ ਪੈਟਰੋਲ ਵਿੱਚ ਵੀ ਹੋ ਰਿਹਾ। ਕਿਸਾਨੀ ਦੀ ਹਾਲਤ ਪਤਲੀ ਹੈ। ਜੇ ਕਣਕ ਦੀ ਇੰਨੀ ਜ਼ਿਆਦਾ ਬੇਕਦਰੀ ਹੋਈ ਹੈ, ਸਭ ਤੋਂ ਜਿੰਨੀਆਂ ਸਰਕਾਰ ਖਰੀਦ ਕਰਦੀ ਹੈ ਕਿਸਾਨਾਂ ਤੋਂ ਭਾਰਤ ਦੇ ਵਿੱਚ, ਉਹਨਾਂ ਚੋਂ ਸਭ ਤੋਂ ਸੌਖੀ ਖਰੀਦ ਜਿਹੜੀ ਹੈ ਕਣਕ ਦੀ ਹੁੰਦੀ ਹੈ। ਇਸ ਵਿੱਚ ਰੌਲਾ ਰੱਪਾ ਘੱਟ ਹੁੰਦਾ ਹੈ, ਪਰ ਕਪਾਹ ਹੈ ਨਾਲ ਝੋਨਾ ਹੈ, ਇਹ ਚੌਲ ਦੀ ਖਰੀਦ ਜਦੋਂ ਕਣਕ ਦੀ ਜੇ ਸਰਕਾਰ ਨੇ ਕਰਨੀ ਹੈ ਤੇ ਫਿਰ ਕਿਸਾਨਾਂ ਦਾ ਕੀ ਬਣੇਗਾ? ਉੱਥੇ ਦੇ 20 ਕਿਸਮਾਂ ਦੇ ਪੰਗੇ ਹੁੰਦੇ ਨੇ, ਉਸ ਵਿੱਚ ਨਵੀਂ ਦੀ ਗੱਲ ਹੁੰਦੀ ਹੈ, ਕਿਸਮਾਂ ਦੀ ਗੱਲ ਹੁੰਦੀ ਹੈ, ਫਿਰ ਕੌਣ ਖਰੀਦੇਗਾ? ਕਿਸਾਨਾਂ ਨੂੰ ਭਵਿੱਖ ਚੰਗਾ ਨਹੀਂ ਦਿਸ ਰਿਹਾ ਤੇ ਦਿੱਲੀ ਦੇ ਮੋਰਚੇ ਤੇ ਬੈਠੇ ਹੋਏ ਕਿਸਾਨ ਜਿਹੜੇ ਨੇ ਬੜੇ ਜਿਗਰੇ ਨਾਲ ਬੈਠੇ ਹੋਏ ਨੇ, ਉਹ ਬੜਾ ਜ਼ੋਰ ਆਪਣੇ ਤੌਰ ਤੇ ਲਾ ਰਹੇ ਨੇ ਕਿ ਕਿਸੇ ਤਰ੍ਹਾਂ ਕਿਸਾਨ ਉੱਥੇ ਨੂੰ ਹੋਰ ਵਹੀਰਾਂ ਕੱਤਣ ਤੇ ਮੋਰਚਾ ਜਿਹੜਾ ਹੋਰ ਕਾਇਮ ਹੋਵੇ ਤੇ ਇਹ ਜਿਹੜਾ ਕਿਸਾਨ ਅੰਦੋਲਨ ਹੋਰ ਪ੍ਰਚੰਡ ਹੋਵੇ ਤੇ ਅਸੀਂ ਕੋਈ ਮੰਗ ਆਪਣੀ ਮਨਵਾ ਕੇ ਮੁੜੀਏ। ਜੀ ਕੁਲਦੀਪ ਜੀ, ਤੁਸੀਂ ਸਟੂਡੀਓ 'ਚ ਆ ਕੇ ਸਾਡੇ ਦਰਸ਼ਕਾਂ ਦੇ ਨਾਲ ਆਪਣੇ ਵਿਚਾਰਾਂ ਦੀ ਸਾਂਝ ਪਾਈ, ਤੁਹਾਡਾ ਬਹੁਤ-ਬਹੁਤ ਸ਼ੁਕਰੀਆ। ਥੈਂਕ ਯੂ। ਉਮੀਦ ਹੈ ਕਿ ਸਾਡੇ ਦਰਸ਼ਕਾਂ ਨੂੰ ਸਾਡਾ ਅੱਜ ਦਾ ਇਹ ਪ੍ਰੋਗਰਾਮ ਬਹੁਤ ਪਸੰਦ ਆਇਆ ਹੋਵੇਗਾ। ਅਗਲੀ ਵਾਰ ਨਵੇਂ ਮੁੱਦਿਆਂ ਤੇ ਨਵੀਂ ਗੱਲਬਾਤ ਲੈ ਕੇ ਜਲਦ ਹਾਜ਼ਰ ਹੋਵਾਂਗੇ। ਤਦ ਤੱਕ ਲਈ ਸਾਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।